Praise the Lord. Hallelujah. ਸੋ ਜਿਵੇਂ ਅਸੀਂ ਜਾਣਦੇ ਹਾਂ ਕਿ ਅਸੀਂ ਵਿਸ਼ਾ ਸ਼ੁਰੂ ਕੀਤਾ ਹੈ ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰਦਾ, ਪਰਮੇਸ਼ਰ ਦਾ ਵਚਨ ਦੱਸਦਾ, ਉਹਦੀ ਪ੍ਰਾਰਥਨਾ ਵੀ ਮੈਨੂੰ ਘਿਨਾਉਣੀ ਲੱਗਦੀ ਹੈ। ਸੋ ਉਸ ਵਿਸ਼ੇ ਨੂੰ ਲੈ ਕੇ ਅਸੀਂ 8 ਹਿੱਸਿਆਂ ਦੇ ਵਿੱਚ ਸਿੱਖ ਚੁੱਕੇ ਹਾਂ ਔਰ ਅੱਜ ਪ੍ਰਭੂ ਦਾ ਆਤਮਾ ਜਿਵੇਂ ਸਾਨੂੰ ਸਿਖਾਏਗਾ ਅਸੀਂ ਉਸ ਵਚਨ ਨੂੰ ਹੋਰ ਜ਼ਿਆਦਾ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਹਾਲੇਲੂਇਆ। ਸੋ ਪਿਛਲੀ ਵਾਰ ਅਸੀਂ ਦੇਖਿਆ ਸੀਗਾ उसकी इच्छा के ज्ञान से भरपूर होना। हालेलुया। सो ਦੇ ਚ ਅਸੀਂ ਸਿੱਖਿਆ ਸੀਗਾ ਕਿ ਉਹਦੀ ਇੱਛਾ ਦੇ ਗਿਆਨ ਦੇ ਵਿੱਚ ਅਸੀਂ ਆਪਣੀ ਬੁੱਧੀ ਦੇ ਗਿਆਨ ਨੂੰ ਨਹੀਂ ਮਿਲਾਉਣਾ, ਕਿਉਂਕਿ ਉਹਦੀ ਇੱਛਾ ਦੇ ਗਿਆਨ ਦੇ ਵਿੱਚ ਜਦੋਂ ਸਾਡੀ ਬੁੱਧੀ ਦਾ ਗਿਆਨ ਦਾਖਲ ਹੋਵੇਗਾ ਉਦੋਂ ਉਹਦੀ ਇੱਛਾ ਦੇ ਗਿਆਨ ਦਾ ਜਿਹੜਾ ਪ੍ਰਕਾਸ਼ ਹੈ ਉਹ ਸਾਰੇ ਦਾ ਸਾਰਾ ਜਿਵੇਂ ਇਨਸਾਨ ਤੱਕ ਪਹੁੰਚਣਾ ਚਾਹੀਦਾ ਉਸ ਤਰ੍ਹਾਂ ਪਹੁੰਚ ਨਹੀਂ ਸਕਦਾ। ਸੋ ਅੱਜ ਜਿਵੇਂ ਅਸੀਂ ਜਾਣਦੇ ਹਾਂ ਸੰਸਾਰ ਭਰ ਦੇ ਵਿੱਚ, ਜਿਵੇਂ ਪਿਛਲੀ ਵਾਰੀ ਵੀ ਦੇਖਿਆ ਸੀਗਾ ਕਿ ਵਚਨ ਦਾ ਤੇ ਬੜਾ ਜ਼ੋਰ ਚੱਲ ਰਿਹਾ ਔਰ ਵਚਨ ਬੜੇ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਦੇ ਦੁਆਰਾ ਲੋਕਾਂ ਨੂੰ ਸੁਣਾਇਆ ਜਾ ਰਿਹਾ। ਬੜੇ ਬੜੇ ਨਵੇਂ ਚਿਹਰੇ ਵੀ ਸਾਹਮਣੇ ਆਏ ਆ ਔਰ ਬੜੇ ਪੁਰਾਣੇ ਚਿਹਰਿਆਂ ਨੇ ਵੀ ਜ਼ੋਰ ਫੜਿਆ ਔਰ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਦੱਸਿਆ ਜਾ ਰਿਹਾ ਹੈ। ਲੇਕਿਨ ਕਿਉਂਕਿ ਕਲੀਸਿਆ ਖੁਦ ਵਚਨ ਨੂੰ ਪੜ੍ਹਦੀ ਨਹੀਂ ਹੈ, ਵਚਨ ਦੇ ਉੱਤੇ ਮੰਨਣ ਨਹੀਂ ਕਰਦੇ, ਇਸ ਕਰਕੇ ਕੋਈ ਜੋ ਵੀ ਕਹਿ ਦਿੰਦਾ ਆ ਉਹਦੇ ਉੱਤੇ ਵਾਹ-ਵਾਹੀ ਹੋ ਜਾਂਦੀ ਹੈ। ਕਿਉਂਕਿ ਹਰੇਕ ਜਿਹੜਾ ਸੁਣਾਉਂਦਾ ਆ ਉਹ ਜਿਹੜੀਆਂ ਵੀ ਉਦਾਹਰਨਾਂ ਵਚਨ ਦੇ ਵਿੱਚੋਂ ਲੈਂਦਾ, ਸਾਹਮਣੇ ਵਾਲਿਆਂ ਨੂੰ ਉਹਦੇ ਆਤਮਿਕ ਭੇਤ ਦਾ ਪਤਾ ਨਹੀਂ ਹੁੰਦਾ। ਆਤਮਿਕ ਭੇਤ ਦਾ ਪਤਾ ਨਾ ਹੋਣ ਦਾ ਕਰਕੇ ਜਿਹਦੇ ਪ੍ਰਤੀ ਸਾਡੀ ਆਸਥਾ ਬਣ ਜਾਂਦੀ ਆ ਉਹ ਫਿਰ ਸਾਨੂੰ ਕਹਿ ਦੇਵੇ ਵੀ ਦੇਣੇ ਆ ਤੇ ਅਸੀਂ ਕਹਿੰਦੇ ਦੇਣੇ ਆ, ਉਹ ਕਹਿ ਦੇਵੇ ਰਾਤ ਆ ਤੇ ਅਸੀਂ ਕਹਿੰਦੇ ਰਾਤ ਆ। ਲੇਕਿਨ ਜਿਵੇਂ ਬੜੀ ਵਾਰੀ ਤੁਸੀਂ ਸੁਣਿਆ ਕਿ ਅਗਰ 1000 ਮੈਸੇਜ ਮੈਂ ਸਹੀ ਸੁਣਾਇਆ ਹੋਵੇ, ਇਹਦਾ ਮਤਲਬ ਇਹ ਨਹੀਂ ਹੈ ਕਿ ਉਸ ਤੋਂ ਬਾਅਦ ਜਿਹੜਾ ਮੈਂ ਸੁਣਾਵਾਂ ਉਹ ਵੀ ਸਹੀ ਹੋਊਗਾ। ਉਹ ਤੁਸੀਂ ਦੇਖਣਾ ਆ ਕਿ ਮੈਂ ਵਚਨ ਦੇ ਅਨੁਸਾਰ ਕਹਿ ਰਿਹਾ ਕਿ ਨਹੀਂ ਕਹਿ ਰਿਹਾ। ਜੇ ਕਹਿ ਰਿਹਾ ਤਾਂ ਉਹਨੂੰ ਕਬੂਲ ਕਰਨਾ ਹੈ, ਨਹੀਂ ਤੇ ਕਬੂਲ ਨਹੀਂ ਕਰਨਾ। ਸੁਣਾਉਣ ਵਾਲਾ ਤੁਹਾਡਾ ਬਾਪ ਹੋ ਸਕਦਾ ਹੈ, ਪਾਸਟਰ ਦੇ ਰੂਪ ਦੇ ਵਿੱਚ ਤੁਹਾਡਾ ਦਾਦਾ, ਤੁਹਾਡਾ ਨਾਨਾ, ਤੁਹਾਡਾ ਵੱਡਾ ਭਰਾ, ਕਿਸੇ ਪਤਨੀ ਦਾ ਪਤੀ ਹੋ ਸਕਦਾ ਹੈ, ਕਿਸੇ ਬੇਟੀ ਦਾ ਬਾਪ ਹੋ ਸਕਦਾ ਹੈ। ਇਹ ਜਿਹੜੇ ਰਿਸ਼ਤੇ ਆਪਣੀ ਜਗ੍ਹਾ ਦੇ ਉੱਤੇ ਆ, ਇਹਨਾਂ ਰਿਸ਼ਤਿਆਂ ਨੂੰ ਧਿਆਨ 'ਚ ਰੱਖ ਕੇ ਨਹੀਂ ਅਸੀਂ ਪਾਪੇ ਦੀ ਵਾਹ-ਵਾਹ ਕਰਨੀ ਵੀ ਪਾਪਾ ਬੜਾ ਵਧੀਆ ਸੁਣਦਾ ਪਿਆ। ਜਿੱਥੇ ਪਾਪਾ ਗਲਤ ਲੱਗੇ ਉੱਥੇ ਉਹਨੂੰ ਗਲਤ ਕਹਿਣਾ, ਜਿੱਥੇ ਲੱਗੇ ਕਿ ਵਚਨ ਦੇ ਅਨੁਸਾਰ ਸਹੀ ਨਹੀਂ ਆ ਫਿਰ ਉੱਥੇ ਉਹਨੂੰ ਕਹਿਣਾ ਸਾਡਾ ਫਰਜ਼ ਬਣਦਾ। ਅੰਨੀ ਆਸਥਾ ਨਹੀਂ, ਅੰਨੀ ਆਸਥਾ ਦੇ ਵਿੱਚੋਂ ਹੀ ਪਰਮੇਸ਼ਰ ਸਾਨੂੰ ਛੁਡਾ ਕੇ ਲਿਆਇਆ ਤੇ ਉਸ ਅੰਨੀ ਆਸਥਾ ਤੋਂ ਪਰਮੇਸ਼ਰ ਨੇ ਸਾਨੂੰ ਇਸੇ ਲਈ ਛੁਡਾਇਆ ਕਿ ਅਸੀਂ ਸੱਚੀ ਆਸਥਾ ਦੇ ਵਿੱਚ ਜੀਵਨ ਗੁਜ਼ਾਰ ਸਕੀਏ। ਤੇ ਜੇ ਸੱਚੀ ਆਸਥਾ ਦੇ ਵਿੱਚ ਆ ਕੇ ਵੀ ਅਸੀਂ ਫਿਰ ਉਸੇ ਆਸਥਾ ਨੂੰ ਅੰਨੀ ਆਸਥਾ ਬਣਾਈਏ ਤੇ ਫਿਰ ਸਾਡੇ ਤੋਂ ਤਰਸਯੋਗ ਕੋਈ ਨਹੀਂ ਹੈ। ਸੋ ਇਸ ਲਈ ਅਸੀਂ ਧਿਆਨ ਰੱਖਣਾ ਆ ਕਿ ਜਦੋਂ ਵੀ ਵਚਨ ਨੂੰ ਸੁਣੀਏ ਉਹਨੂੰ ਬੜੇ ਹੀ ਧਿਆਨ ਦੇ ਨਾਲ ਔਰ ਬੜੀ ਬਰੀਕੀ ਦੇ ਨਾਲ ਸੁਣੀਏ। ਜਿੰਨਾ ਵੀ ਸੁਣੀਏ, ਜੇ ਸੁਣਨ ਦਾ ਮਾਦਾ ਨਾ ਹੋਵੇ ਤੇ ਬੇਸ਼ੱਕ ਕਹਿ ਦਿਆ ਕਰੋ ਵੀ ਬਸ ਜੀ ਅੱਜ ਦੇ ਲਈ ਇੰਨਾ ਹੀ ਕਾਫੀ ਹੈ। ਕਿਉਂਕਿ ਬਹੁਤਾ ਸੁਣ ਕੇ ਵੀ ਜੇ ਸਮਝ ਨਾ ਆਵੇ ਤੇ ਜਾਂ ਸੁਣਿਆ ਹੀ ਨਾ ਜਾਵੇ ਤਰੀਕੇ ਦੇ ਨਾਲ ਤੇ ਫਿਰ ਉਹਦਾ ਸੁਣਨ ਦਾ ਵੀ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਘਟਾ ਦਿੱਤਾ ਕਿ ਜਿੰਨਾ ਸੁਣਾਉਂਦੇ ਹਾਂ ਸ਼ਾਇਦ ਲੋਕਾਂ ਨੂੰ ਉਹਨਾਂ ਪਚਦਾ ਨਹੀਂ ਹੈ ਤੇ ਫਿਰ ਅਸੀਂ ਉਹਨੂੰ 1.5 ਘੰਟੇ ਤੋਂ 1.25 ਘੰਟੇ ਤੇ 1.25 ਘੰਟੇ ਤੋਂ ਘੰਟੇ ਤੇ ਪਿਛਲੇ ਦਿਨਾਂ ਵਿੱਚ ਅਸੀਂ ਅੱਧੇ ਘੰਟੇ ਤੇ ਵੀ ਉਹਨੂੰ ਇਸੇ ਲਈ ਲੈ ਆਂਦਾ ਵੀ ਸੁਣਨ ਵਾਲੇ ਉਸ ਗੱਲ ਦੇ ਉੱਤੇ ਧਿਆਨ ਦੇ ਸਕਣ ਤੇ ਉਹਨੂੰ ਚੰਗੀ ਤਰ੍ਹਾਂ ਸਮਝ ਸਕਣ। ਸੋ ਵਚਨ ਨੂੰ ਨਾ ਸੁਣਨਾ, ਜਿੱਦਾਂ ਲਿਖਿਆ ਵੀ ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰ ਲੈਂਦਾ
ਵਚਨ ਦੱਸਦਾ ਉਹਦੀ ਪ੍ਰਾਰਥਨਾ ਵੀ ਪਰਮੇਸ਼ਵਰ ਨੂੰ ਘਿਨਾਉਣੀ ਲੱਗਦੀ ਹੈ। ਸੋ ਵਚਨ ਨੂੰ ਸੁਣਨ ਦੇ ਲਈ ਸਾਹਮਣੇ ਬੈਠਣਾ ਤੇ ਬੈਠ ਕੇ ਵੀ ਵਚਨ ਨੂੰ ਨਾ ਸੁਣਨਾ, ਇਸ ਤੋਂ ਮੰਦਭਾਗੀ ਗੱਲ ਕੋਈ ਨਹੀਂ ਹੈ। ਔਰ ਸਿਰਫ ਸੁਣਨ ਦੇ ਲਈ ਬੈਠਣਾ ਫਾਰਮੈਲਿਟੀ ਵਾਸਤੇ, ਇਹ ਵੀ ਮੰਦਭਾਗੀ ਗੱਲ ਹੈ। ਸਿਰਫ ਕਿਸੇ ਨੂੰ ਖੁਸ਼ ਕਰਨ ਦੇ ਲਈ ਬੰਦਗੀ ਵਿੱਚ ਬੈਠਣਾ, ਇਹ ਵੀ ਮੰਦਭਾਗੀ ਗੱਲ ਹੈ। ਕਿਉਂਕਿ ਜਦੋਂ ਅਸੀਂ ਵਚਨ 'ਚ ਬੈਠਦੇ ਹਾਂ, ਅਸੀਂ ਪਰਮੇਸ਼ਵਰ ਦੇ ਨਾਲ ਬੈਠਦੇ ਹਾਂ, ਔਰ ਪਰਮੇਸ਼ਵਰ ਦੇ ਨਾਲ ਅਣਗਹਿਲੀ ਦੇ ਨਾਲ ਨਹੀਂ ਬੈਠਿਆ ਜਾਂਦਾ। ਸਾਡੇ ਘਰ ਦੇ ਵਿੱਚ ਅੱਜ ਇੱਥੋਂ ਦੇ ਰਾਸ਼ਟਰਪਤੀ ਨੇ ਆਉਣਾ ਹੋਵੇ ਤੇ ਸਾਡਾ ਸਾਰਾ ਇੰਤਜ਼ਾਮ ਬਦਲ ਜਾਂਦਾ। ਉਹਦੇ ਸਾਹਮਣੇ ਕਿੱਦਾਂ ਬਹਿਣਾ, ਉਹਦੇ ਸਾਹਮਣੇ ਕਿੱਦਾਂ ਪੇਸ਼ ਹੋਣਾ, ਸਾਰਾ ਕੁਝ। ਕਿਉਂਕਿ ਸਾਨੂੰ ਪਤਾ ਇੱਕ ਮੁੱਖ ਇਨਸਾਨ ਜਿਹੜਾ ਆ ਉਹ ਸਾਡੇ ਘਰ ਦੇ ਵਿੱਚ ਆਇਆ, ਸਾਡੇ ਸਾਹਮਣੇ ਬੈਠਾ ਆ, ਤੇ ਉਹ ਰਾਜਿਆਂ ਦਾ ਰਾਜਾ ਆ, ਜਿਹਦੀ ਹਜ਼ੂਰੀ ਦੇ ਵਿੱਚ ਅਸੀਂ ਬਹਿੰਦੇ ਹਾਂ। ਤੇ ਉਸ ਵਕਤ ਕੋਈ ਸੇਵਕ ਨਹੀਂ ਬੋਲ ਰਿਹਾ ਹੁੰਦਾ, ਬਲਕਿ ਸੇਵਕ ਦੇ ਵਿੱਚੋਂ ਦੀ ਪਾਕ ਰੂਹ ਸਾਡੇ ਨਾਲ ਗੱਲ ਕਰ ਰਿਹਾ ਹੁੰਦਾ। ਸੇਵਕ ਪਾਕ ਰੂਹ ਨਹੀਂ ਹੈ, ਬਲਕਿ ਸੇਵਕ ਨੂੰ ਪਾਕ ਰੂਹ ਇਸਤੇਮਾਲ ਕਰ ਰਿਹਾ ਹੁੰਦਾ ਆਪਣੀ ਗੱਲ ਆਪਣੇ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ। ਸੋ ਜਦੋਂ ਪਾਕ ਰੂਹ ਸਾਡੇ ਨਾਲ ਗੱਲ ਕਰ ਰਿਹਾ ਹੈ ਤੇ ਫਿਰ ਇੱਕ ਇੱਕ ਗੱਲ ਨੂੰ ਬੜੀ ਸੰਜੀਦਗੀ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਸੁਣਨ ਦੀ ਜ਼ਰੂਰਤ ਹੈ। ਨੀਂਦ ਨੂੰ ਆਵੇ ਤਾਂ ਉੱਠ ਕੇ ਚਲੇ ਜਾਣਾ ਚਾਹੀਦਾ। ਹਾਂਜੀ, ਵਿੱਚ ਗਲਾਟੀਆਂ ਮਾਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਪਰਮੇਸ਼ਵਰ ਦਾ ਅਪਮਾਨ ਕਰਨਾ ਹੈ। ਸੋ ਜੇ ਅਸੀਂ ਪਰਮੇਸ਼ਵਰ ਦਾ ਅਪਮਾਨ ਕਰਾਂਗੇ ਤਾਂ ਫਿਰ ਕਿੱਦਾਂ ਇਹ ਸੋਚ ਸਕਦੇ ਹਾਂ ਕਿ ਪਰਮੇਸ਼ਵਰ ਸਾਡੀ ਦੁਹਾਈ ਨੂੰ ਵੇਲੇ ਸਿਰ ਸੁਣੇਗਾ। ਸੋ ਆਓ ਅਸੀਂ ਦੇਖਦੇ ਹਾਂ ਕਿ ਅਸੀਂ ਪਿਛਲੇ ਵਾਰ ਬੜੇ ਵਿਚਾਰ ਕੀਤਾ ਸੀਗਾ ਕਿ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਅਸੀਂ ਆਪਣੀ ਬੁੱਧੀ ਦੇ ਗਿਆਨ ਨੂੰ ਸ਼ਾਮਲ ਨਹੀਂ ਕਰਨਾ। ਔਰ ਅੱਜ ਇਸੇ ਚੀਜ਼ ਨੂੰ ਲੈ ਕੇ ਅਸੀਂ ਥੋੜ੍ਹਾ ਜਿਹਾ ਹੋਰ ਸਿੱਖਾਂਗੇ ਕਿ ਉਹਦੇ ਵਚਨ ਦੇ ਵਿੱਚ ਜਦੋਂ ਬੁੱਧੀ ਦਾ ਗਿਆਨ ਸ਼ਾਮਲ ਹੁੰਦਾ ਹੈ ਤੇ ਫਿਰ ਨੁਕਸਾਨ ਜਿਹੜਾ ਕਿਸ ਹੱਦ ਤੱਕ ਹੁੰਦਾ। ਸੋ ਪੜ੍ਹਾਂਗੇ ਤੀਸਰਾ ਯੂਹੰਨਾ ਦਾ ਲਿਖਿਆ ਹੋਇਆ ਖੱਤ, ਤੀਸਰਾ ਖੱਤ, ਉਹਦੀ ਇੱਕੋ ਹੀ ਬਾਬ ਹੈ ਤੇ ਉਹਦੀ ਦੂਸਰੀ ਆਇਤ ਨੂੰ ਅਸੀਂ ਪੜ੍ਹਾਂਗੇ। ਉਸ ਤੋਂ ਪਹਿਲਾਂ ਕੁਰਸੀਆਂ ਦਾ ਖੱਤ 1 ਦੀ 8 ਤੇ 9 ਫਿਰ ਦੁਬਾਰਾ ਕੋਈ ਜਣਾ ਪੜ੍ਹ ਲਵੇ। ਕੁਰਸੀਆਂ ਦਾ ਖੱਤ 1 ਦੀ 8 ਔਰ 9 ਆਇਤ ਨੂੰ ਪਹਿਲਾਂ पढ़ लिया जाए। उसी ने तुम्हारे प्रेम को जो आत्मा में है हम पर प्रगट किया। ਇਹਦੇ ਉੱਤੇ ਬੜੀ ਵਿਸਤਾਰ ਨਾਲ ਅਸੀਂ ਦੇਖ ਸਕਦੇ ਹਾਂ। ਪ੍ਰੇਮ ਵੀ ਉਹ ਜਿਹੜਾ ਆਤਮਾ ਤੋਂ ਹੋਵੇ, ਆਤਮਿਕ ਪ੍ਰੇਮ। ਹਾਂਜੀ, इसलिए जिस दिन से ये सुना है हम भी तुम्हारे लिए ये प्रार्थना और ਜਦੋਂ ਪ੍ਰੇਮ ਹੀ ਆਤਮਿਕ ਹੈਗਾ ਤੇ ਫਿਰ ਲਿਖਿਆ ਵਚਨ ਦੇ ਵਿੱਚ ਪ੍ਰੇਮ ਤੇ ਬਹੁਮੁੱਲ ਆ। ਪਰਮੇਸ਼ਵਰ ਦੇ ਵਚਨ 'ਚ ਲਿਖਿਆ ਪ੍ਰੇਮ ਸਭ ਤੋਂ ਉੱਤਮ ਆ। ਹਰ ਚੀਜ਼ ਜਾਂਦੀ ਰਹੂਗੀ ਪਰ ਪ੍ਰੇਮ ਹੀ ਸਰਵਦਾ ਬਣਿਆ ਰਹੂਗਾ। ਤੇ ਜਦੋਂ ਪ੍ਰੇਮ ਹੀ ਆਤਮਿਕ ਹੋ ਜਾਵੇ ਤੇ ਫਿਰ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਆ। ਲੇਕਿਨ ਵਚਨ ਕੀ ਦੱਸਦਾ ਆ, ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਟਿਕ ਕੇ ਨਹੀਂ ਬਹਿ ਸਕਦੇ ਵੀ ਚੱਲ ਇੰਨਾ ਹੀ ਕਾਫੀ ਆ, ਬਲਕਿ ਵਚਨ ਹਰ ਰੋਜ਼ ਸਾਨੂੰ ਨਿਖਾਰਨਾ ਚਾਹੁੰਦਾ ਹੈ, ਹਰ ਰੋਜ਼। ਸੋ ਇਸ ਲਈ ਇੱਕ ਜਗ੍ਹਾ ਦੇ ਉੱਤੇ ਅਸੀਂ ਟਿਕ ਕੇ ਬਹਿ ਸਕਦੇ ਨਹੀਂ ਆ। ਸੋ ਪ੍ਰੇਮ ਆਤਮਿਕ ਆ, ਪ੍ਰੇਮ ਆਤਮਾ ਤੋਂ ਆ, ਪਰ ਫਿਰ ਵੀ ਖੁਦਾ ਦਾ ਦਾਸ ਕਹਿੰਦਾ ਵੀ ਜਦੋਂ ਅਸੀਂ ਸੁਣਿਆ ਤੇ ਤੁਹਾਡੇ ਲਈ ਪ੍ਰਾਰਥਨਾ ਕਰਨੋਂ नहीं हटते। क्यों नहीं हटते? हाँ जी, प्रार्थना और विनती करना नहीं छोड़ते कि तुम सारे आत्मिक ज्ञान। हाँ जी, पहला की है आत्मिक प्रेम है तो हुण की है भला आत्मिक ज्ञान। सारे आत्मिक ज्ञान। ये सारे का मतलब क्या है? आत्मिक ज्ञान थोड़ा पता भी हुंदा कि जां बहुत सारा हुंदा है ना। ਇਹਦਾ मतलब ਵਧਣਾ ਅੱਗੇ ਅੱਗੇ ਸਾਰੇ ਆਤਮਿਕ ਗਿਆਨ ਦੇ ਵਿੱਚ ਉન્નਤੀ ਹੋਣੀ ਚਾਹੀਦੀ, ਸਾਰੇ। ਤੇ ਉਹ ਸਾਰੇ ਆਤਮਿਕ ਗਿਆਨ ਦੇ ਵਿੱਚ ਬਹੁਤ ਸਾਰੇ ਪਰਮੇਸ਼ਵਰ ਦੇ ਬੰਦੋਬਸਤ ਆ, ਬਹੁਤ ਸਾਰੀਆਂ ਆਗਿਆ ਆ, ਹੁਕਮ ਆ, ਵਿਧੀਆਂ ਆ ਜਿਨ੍ਹਾਂ ਨੂੰ ਅਸੀਂ ਪੂਰਾ ਕਰਨਾ ਆ। ਜੇ ਅਸੀਂ ਇੱਕ ਦੋ ਪੂਰੀ ਕਰਕੇ ਕਹਿ ਲਈਏ ਵੀ ਆਤਮਿਕ ਜਿਹੜਾ ਗਿਆਨ ਆ ਉਹ ਸਾਰੇ ਦਾ ਸਾਰਾ ਸਾਨੂੰ ਪ੍ਰਾਪਤ ਹੋ ਗਿਆ, ਫਿਰ ਸਾਡੇ ਤੋਂ ਤਰਸਯੋਗ ਕੋਈ ਨਹੀਂ ਹੈ। ਪੜਾਂਗੇ ਅੱਗੇ।
आत्मिक ज्ञान और समझ सहित ਹਾਂਜੀ ਆਤਮਿਕ ਗਿਆਨ ਤੇ ਆਤਮਿਕ ਸਮਝ ਵੀ ਹਾਂਜੀ परमेश्वर की इच्छा की पहचान में परिपूर्ण हो जाओ। ਪਰਮੇਸ਼ਵਰ ਦੀ ਇੱਛਾ ਦੀ ਪਹਿਚਾਨ ਦੇ ਵਿੱਚ ਕੀ ਹੋਣਾ ਭਲਾ? ਇਹ ਆਤਮਿਕ ਗਿਆਨ ਤੇ ਆਤਮਿਕ ਸਮਝ ਦੇ ਨਾਲ ਹੀ ਉਹਦੀ ਇੱਛਾ ਦੀ ਪਹਿਚਾਨ ਦੇ ਵਿੱਚ ਬੰਦਾ ਪਰਿਪੂਰਨ ਹੋ ਸਕਦਾ ਆ। ਉਹਦੀ ਇੱਛਾ ਦੀ ਪਹਿਚਾਨ ਦੇ ਵਿੱਚ ਜੇ ਅਸੀਂ ਕਹੀਏ ਵੀ ਅਸੀਂ ਆਪਣੇ ਗਿਆਨ ਦੇ ਨਾਲ ਜਾਂ ਆਪਣੀ ਸਮਝ ਦੇ ਨਾਲ ਹੋਈਏ ਤੇ ਫਿਰ ਉਹ ਬੜਾ ਮੁਸ਼ਕਲ ਆ। ਹਾਂਜੀ ਅੱਗੇ ਪੜਾਂਗੇ। ताकि तुम्हारा चाल चलन प्रभु के योग्य हो। ਕਿੱਦਾਂ ਦਾ ਹੋਵੇ ਭਲਾ ਸਾਡਾ ਚਾਲ ਚੱਲਣ? ਪ੍ਰਭੂ ਦੇ ਯੋਗ। ਇਹ ਸਭ ਕੁਝ ਤਾਂ ਕਰਨਾ ਆ ਤਾਂ ਕਿ ਸਾਡਾ ਚਾਲ ਚੱਲਣ ਕਿਹਦੇ ਯੋਗ ਹੋਵੇ? ਪ੍ਰਭੂ ਦੇ ਯੋਗ। ਸਾਡੇ ਚਾਲ ਚੱਲਣ ਨੇ ਪ੍ਰਭੂ ਦੀ ਮਹਿਮਾ ਨੂੰ ਲੋਕਾਂ ਦੇ ਵਿੱਚ ਪ੍ਰਗਟ ਕਰਨਾ ਹੈ। ਹਾਲੇਲੂਇਆ। ਆਤਮਿਕ ਗਿਆਨ ਆਤਮਿਕ ਸਮਝ ਵੀ ਹੋਵੇ ਪਰ ਜੇ ਚਾਲ ਚੱਲਣ ਉਹਦੇ ਯੋਗ ਨਹੀਂ ਆ ਤੇ ਫਿਰ ਲੋਕਾਂ ਨੇ ਸਾਨੂੰ ਦੇਖਣਾ ਆ। ਤੇ ਅੱਜ ਅਸੀਂ ਦੇਖਦੇ ਗਿਆਨ ਤੇ ਬਹੁਤ ਆ ਪਰ ਗਿਆਨ ਹੀ ਗਿਆਨ ਆ, ਹੋਰ ਇਸ ਤੋਂ ਅੱਗੇ ਕੁਝ ਵੀ ਨਹੀਂ ਹੈ। ਤੇ ਉਸ ਫਿਰ ਗਿਆਨ ਦਾ ਕੀ ਫਾਇਦਾ ਜਿਹੜਾ ਸਾਡੇ ਚਾਲ ਚੱਲਣ ਤੋਂ ਪਤਾ ਨਾ ਲੱਗੇ। ਤੇ ਜੇ ਗਿਆਨ ਦੇ ਅਨੁਸਾਰ ਚਾਲ ਚੱਲਣ ਆ ਤੇ ਫਿਰ ਉਸ ਗਿਆਨ ਦੀ ਕੀਮਤ ਆ। ਜੇ ਚਾਲ ਚੱਲਣ ਗਿਆਨ ਦੇ ਅਨੁਸਾਰ ਨਹੀਂ ਆ ਤੇ ਫਿਰ ਉਹ ਖਾਲੀ ਸੰਸਾਰਿਕ ਬੁੱਧੀ ਦਾ ਗਿਆਨ ਆ, ਆਤਮਿਕ ਗਿਆਨ ਨਹੀਂ ਆ। ਹਾਂਜੀ ਅੱਗੇ। और वे सब प्रकार से प्रसन्न हो। ਕਿੱਦਾਂ ਪ੍ਰਸੰਨ ਹੋਣਾ ਚਾਹੀਦਾ ਭਲਾ ਪਰਮੇਸ਼ਰ? ਸਾਰੇ ਪ੍ਰਕਾਰ। ਸਭ ਪ੍ਰਕਾਰ ਸੇ ਯਾਨੀ ਕਿ ਹਰ ਗੱਲ ਦੇ ਵਿੱਚ ਪਰਮੇਸ਼ਰ ਖੁਸ਼ ਹੋਣਾ ਚਾਹੀਦਾ। ਤੇ ਜੇ ਉਹ ਹਰ ਗੱਲ ਦੇ ਵਿੱਚ ਖੁਸ਼ ਨਹੀਂ ਹੈ ਤੇ ਅਸੀਂ ਸੋਚੀਏ ਇੱਕ ਦੋ ਕਰਕੇ ਬਸ ਅਸੀਂ ਸਮਝ ਲਈ ਵੀ ਠੀਕ ਹੁਣ ਟਿਕਟ ਪੱਕੀ ਹੈ ਤੇ ਫਿਰ ਅਸੀਂ ਗਲਤ ਟਰੈਕ ਦੇ ਉੱਤੇ ਚੱਲ ਰਹੇ ਹਾਂ। ਹਾਂਜੀ ਅੱਗੇ। और तुम में हर प्रकार के भले कामों का फल लगे। ਹਰ ਪ੍ਰਕਾਰ ਦੇ ਭਲੇ ਕੰਮਾਂ ਦਾ ਫਲ ਹਨ। ਇੱਕ ਦੋ ਪ੍ਰਕਾਰ ਨਹੀਂ ਚਾਹੀਦੇ, ਹਰ ਪ੍ਰਕਾਰ ਦੇ ਭਲੇ ਕੰਮਾਂ ਦਾ ਕੀ ਲੱਗੇ ਭਲਾ? ਫਲ ਲੱਗੇ। ਫਲ ਲੱਗੇ। ਹਾਂਜੀ ਅੱਗੇ। और तुम परमेश्वर की पहचान में बढ़ते जाओ। ਤੇ ਇਹਦੇ ਨਾਲ ਨਾਲ ਕੀ ਕਰਨਾ ਹੈ? ਪਰਮੇਸ਼ਰ ਦੀ ਪਹਿਚਾਨ ਦੇ ਵਿੱਚ ਵਾਧੇ। ਜਿੰਨੀ ਕੁ ਮਿਲ ਗਈ ਆ ਇਹਨੂੰ ਕਾਫੀ ਨਾ ਸਮਝ ਲਈਏ। ਅੱਜ ਗਲਤੀ ਇਨਸਾਨ ਭਲਾ ਕਿੱਥੇ ਕਰਦਾ ਆ? ਉਹ ਜਿੰਨੀ ਕੁ ਮਿਲ ਗਈ ਆ ਉਹਨੂੰ ਕਾਫੀ ਸਮਝਦਾ ਆ। ਪਰ ਵਚਨ ਕੀ ਕਹਿੰਦਾ? ਪਰਮੇਸ਼ਰ ਦੀ ਪਹਿਚਾਨ ਦੇ ਵਿੱਚ ਕੀ ਕਰਨਾ ਭਲਾ? ਅਸੀਂ ਵਾਧੇ ਜਾਣਾ। ਪਰਮੇਸ਼ਰ ਦੀ ਪਹਿਚਾਨ ਦੇ ਵਿੱਚ ਅਸੀਂ ਹਮੇਸ਼ਾ ਵੱਧਦੇ ਜਾਣਾ। ਅੱਗੇ ਵੀ ਪੜ੍ਹ ਦੇਵਾਂਗੇ। उसकी महिमा की शक्ति के अनुसार ਉਹਦੀ ਮਹਿਮਾ ਦੀ ਸ਼ਕਤੀ ਦੇ ਅਨੁਸਾਰ सब प्रकार की सामर्थ से बलवंत होते ਸਭ ਪ੍ਰਕਾਰ ਕੀ ਸਮਰਥ ਨਾਲ ਵੀ ਕੀ ਹੋਣਾ ਭਲਾ? ਬਲਵੰਤ ਹੋ। ਬਲਵੰਤ ਜ਼ੋਰ ਫੜਦੇ ਜਾਣਾ ਹੈ। ਹਨ ਅੱਗੇ। यहाँ तक कि आनंद के साथ हर प्रकार से धीरज और ਇੱਥੋਂ ਤੱਕ ਕਿ ਆਨੰਦ ਦੇ ਨਾਲ ਹਰ ਪ੍ਰਕਾਰ ਦੇ ਨਾਲ ਧੀਰਜ। ਧੀਰਜ। ਹਾਂਜੀ सहनशीलता दिखा सके। ਕੀ ਦਿਖਾਉਣੀ ਭਲਾ? ਧੀਰਜ ਤੇ ਸਹਿਨਸ਼ੀਲਤਾ। ਇਹ ਸਾਡੀ ਧੀਰੇ ਤੇ ਸਹਿਨਸ਼ੀਲਤਾ ਤੋਂ ਹੀ ਪਤਾ ਲੱਗਣਾ ਵੀ ਅਸੀਂ ਕਿੰਨੇ ਕੁ ਪਾਣੀ ਦੇ ਵਿੱਚ ਹਾਂ। ਤੇ ਜੇ ਧੀਰੇ ਤੇ ਸਹਿਨਸ਼ੀਲਤਾ ਨਹੀਂ ਆ, ਜੇ ਸਾਡੀ ਦੁੱਖ ਦੀ ਰਗ ਦੇ ਉੱਤੇ ਕੋਈ ਮਾੜਾ ਹੱਥ ਰੱਖ ਦਿੰਦਾ ਤੇ ਨਾਲ ਹੀ ਸਾਡਾ ਸਾਰਾ ਅੰਦਰਲਾ ਚਿਹਰਾ ਬਾਹਰ ਆ ਜਾਂਦਾ ਤੇ ਫਿਰ ਕੋਈ ਫਾਇਦਾ ਨਹੀਂ ਹੈ। ਹਾਂਜੀ ਅੱਗੇ ਵੀ ਪੜ੍ਹ ਦੇਵਾਂਗੇ। और पिता का धन्यवाद करते रहो ਹਾਂਜੀ ਉਹਦਾ ਧੰਨਵਾਦ ਕਰਦੇ ਰਹੋ। ਹਾਂਜੀ जिसने हमें इस योग्य बनाया ਹਾਂਜੀ कि ज्योति में पवित्र लोगों के साथ हाँ। मिरास में सहभागी। ਉਹਨੇ ਇਸ ਯੋਗ ਸਾਨੂੰ ਬਣਾਇਆ ਵੀ ਸਾਨੂੰ ਪਵਿੱਤਰ ਲੋਕਾਂ ਦੇ ਨਾਲ ਜਿਹੜੀ ਪਰਮੇਸ਼ਵਰ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ ਨਾ, ਪਵਿੱਤਰ ਲੋਕਾਂ ਦੇ ਸੰਗੀ ਸਾਥੀ ਸਾਨੂੰ ਬਣਾਇਆ ਹੈ ਉਹਨੇ। ਤੇ ਜਦੋਂ ਪਵਿੱਤਰ ਲੋਕਾਂ ਦੇ ਸੰਗੀ ਸਾਥੀ ਬਣਾਇਆ ਤੇ ਫਿਰ ਪਵਿੱਤਰ ਲੋਕਾਂ ਦੇ ਜੀਵਨ ਨੂੰ ਅਸੀਂ ਆਪਣਾ ਇੱਕ ਨਿਸ਼ਾਨਾ ਬਣਾ ਕੇ ਚੱਲਣਾ ਆ ਕਿ ਅਸੀਂ ਉਹਨਾਂ ਜਿਹਾ ਜੀਵਨ ਜਿਉਣਾ ਆ। ਜੇ ਅਸੀਂ ਉਹਨਾਂ ਜਿਹਾ ਜੀਵਨ ਜਿਉਂਦੇ ਆ ਤੇ ਫਿਰ ਅਸੀਂ ਉਹਨਾਂ ਦੇ ਸੰਗੀ ਸਾਥੀ ਬਣ ਸਕਦੇ ਆ। ਜੇ ਅਸੀਂ ਉਹਨਾਂ ਦਾ ਜੀਵਨ ਨਹੀਂ ਜਿਉ ਸਕੇ ਤੇ ਫਿਰ ਅਸੀਂ ਉਹਨਾਂ ਦੇ ਸੰਗੀ ਸਾਥੀ ਵੀ ਨਹੀਂ ਬਣਾਂਗੇ। ਸੋ ਆ ਜਾਂਦੇ ਹਾਂ ਹੁਣ ਅਸੀਂ ਯਹੋਨਾ 3 ਤੀਸਰਾ ਯਹੋਨਾ ਉਹਦੇ 1 ਦੀ 2 ਕਿ ਅੱਜ ਵਚਨ ਦੇ ਵਿੱਚ ਕਿਸ ਤਰ੍ਹਾਂ ਮਿਲਾਵਟ ਹੁੰਦੀ ਹੈ। हिंदी दो। ਹਾਂ ਨਾ ਤੀਸਰਾ ਯਹੋਨਾ ਉਹਦੀ 2 ਆਇਤ ਇੱਕੋ ਹੀ ਬਾਬ ਆਦਾ। ਹਾਂਜੀ। हे प्रिय मेरी ये प्रार्थना है कि हे प्रियो मेरी ये प्रार्थना है। हे प्रिय मेरी ये प्रार्थना है प्रार्थना है कि जैसे तुम आत्मिक उन्नति कर रहा है। की कर रहे भला है? आत्मिक उन्नति की कर रहे हैं जी भला सारे बोलो। ਆਤਮਿਕ ਉન્નਤੀ आत्मिक उन्नति कर चुका कि कर रहा है? कर रहा है। हाँ जी कर रहा है। कि कंप्लीट हो गई है? कर रहा है। कर रहा है ना, मतलब मुकम्मल नहीं है। ਕਿਉਂਕਿ ਮਸੀਹ ਦੇ ਵਿੱਚ ਜਿੰਨੀ ਦੇਰ ਤੱਕ ਸਾਡਾ ਸਾਹ ਨਹੀਂ ਨਾ ਨਿਕਲ ਜਾਂਦਾ ਉਨੀ ਦੇਰ ਤੱਕ ਮੁਕੰਮਲ ਹੋ ਵੀ ਨਹੀਂ ਸਕਦੀ। ਤੇ ਖੁਦਾ ਦੀ ਖੂਬੀ ਆ ਕਿ ਜਿੱਦਣ ਅਸੀਂ ਮੁਕੰਮਲ ਹੋ ਗਏ ਫਿਰ ਉਹਨੇ ਇੱਕ ਪਲ ਲਈ ਵੀ ਸਾਨੂੰ ਇਸ ਜਹਾਨ 'ਚ ਰਹਿਣ ਨਹੀਂ ਦੇਣਾ। ਇਸ ਗੱਲ ਨੂੰ ਚੇਤੇ ਰੱਖਿਓ। ਜਿੱਦਣ ਅਸੀਂ ਮੁਕੰਮਲ ਹੋ ਗਏ
उधर उन्हें सानू ले जाना है, क्योंकि मुकम्मल होने के लिए ही सानू बुलाया। जैसा तुम्हारा बुलाने वाला पवित्र है वैसे तुम भी पवित्र बनो। तो जो ਉਹਦੇ बराबर ਦੇ पवित्र बन जावांगे तो फिर वो इस संसार तो सानू की करूगा, ले जाऊगा। ਇਹਦਾ मतलब अजे ਅਸੀਂ आत्मिक उन्नति कर रहे हैं, कर चुके, पर ਬਹੁਤਿਆਂ ਨੂੰ ਇਹ ਗਲਤ ਫਹਿਮੀ ਹੋ ਜਾਂਦੀ ਹੈ ਕਿ ਸ਼ਾਇਦ ਅਸੀਂ ਆਤਮਿਕ ਉન્નਤੀ ਕਰ ਚੁੱਕੇ ਹਾਂ, ਔਰ ਉਹਨਾਂ ਦਾ ਇਹ ਘਮੰਡ ਹੀ ਉਹਨਾਂ ਦੇ ਲਈ ਨਾਸ਼ ਦਾ, ਉਹਨਾਂ ਦੇ ਡਿੱਗਣ ਦਾ ਕਾਰਨ ਬਣੂਗਾ। ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੋਊਗੀ ਕਿ ਅਸੀਂ ਕੀ ਕਰ ਚੁੱਕੇ ਹਾਂ, ਆਤਮਿਕ ਉન્નਤੀ ਕਰ ਚੁੱਕੇ ਹਾਂ। ਸੋ ਇੱਥੇ ਲਿਖਿਆ ਆ ਆਤਮਿਕ ਉન્નਤੀ ਕਰ ਰਹਾ ਹੈ, ਤੇ ਫਿਰ ਨਾਲ ਉਹਨੂੰ ਹੁਣ ਸਲਾਹ ਕੀ ਦਿੰਦਾ ਆ, ਇਹ ਆਤਮਿਕ ਉન્નਤੀ ਕਰ ਰਿਹਾ ਆ। ਇਹਦੇ ਨਾਲ ਸਲਾਹ ਕੀ ਆ, ਵੈਸੇ ਹੀ ਤੂੰ ਸਭ ਬਾਤੋਂ ਮੇਂ ਉન્નਤੀ ਕਰੇ। ਕਾਹਦੇ ਵਿੱਚ ਜੀ? ਵੈਸੇ ਹੀ ਤੂੰ ਸਭ ਬਾਤੋਂ ਮੇਂ ਕੀ ਕਰੇ? उन्नति करे। ਕਿੰਨੀਆਂ ਗੱਲਾਂ ਦੇ ਵਿੱਚ? सारियां। ਔਰ ਭਲਾ ਚੰਗਾ ਰਹੇ। हालेलुया। ਉન્નਤੀ ਵੀ ਕਰੇ ਤੇ ਕੀ ਰਵੇ? ਭਲਾ भला चंगा भी रवि। ਭਲਾ ਚੰਗਾ ਵੀ ਰਵੇ। ਹਾਂਜੀ, ਕੀ ਰਵੇ? ਭਲਾ भला चंगा। ਭਲਾ ਚੰਗਾ ਵੀ। ਇਹ ਇੱਕ ਤਰ੍ਹਾਂ ਖੁਦਾ ਦਾ ਦਾਸ ਜਦੋਂ ਲਿਖ ਰਿਹਾ ਨਾ, ਤੇ ਜਿੱਦਾਂ ਅਸੀਂ ਕਿਸੇ ਨੂੰ ਇੱਕ ਆਸ਼ੀਸ਼ ਨਹੀਂ ਦਿੰਦੇ, ਇਹ ਉਸੇ ਤਰ੍ਹਾਂ ਹੀ ਹੈ। ਜਿੱਦਾਂ ਅਸੀਂ ਕਿਸੇ ਨੂੰ ਬਲੈਸਿੰਗ ਦਿੰਦੇ ਨਾ, ਇਹ ਉਸੇ ਤਰ੍ਹਾਂ ਦੀ ਗੱਲ ਆ ਕਿ ਤੂੰ ਭਲਾ ਚੰਗਾ ਰਵੇਂ। ਹੁਣ ਪਰਮੇਸ਼ਵਰ ਦੀ ਯੋਜਨਾ ਉਸ ਜੀਵਨ ਦੇ ਲਈ ਕੀ ਆ, ਕਿਉਂਕਿ ਪਰਮੇਸ਼ਵਰ ਦੀ ਬੁੱਧ ਨੂੰ ਕਦੇ ਕਿਸੇ ਨੇ ਨਹੀਂ ਜਾਣਿਆ। ਅਸੀਂ ਕਿਸੇ ਦੇ ਲਈ ਪ੍ਰਾਰਥਨਾ ਕਰ ਸਕਦੇ ਹਾਂ, ਲੇਕਿਨ ਉਸ ਪ੍ਰਾਰਥਨਾ ਤੇ ਪਰਮੇਸ਼ਵਰ ਨੇ ਕੰਮ ਕਿੱਦਾਂ ਕਰਨਾ ਆ, ਇਹ ਪਰਮੇਸ਼ਵਰ ਸਾਡੇ ਨਾਲੋਂ ਬਿਹਤਰ ਜਾਣਦਾ ਹੈ। ਜਿਵੇਂ ਪਿਛਲੇ ਸਮੇਂ ਸਿੱਖਿਆ ਸੀਗਾ, ਜਿੰਨੀਆਂ ਅਸੀਂ ਦੁਆਵਾਂ ਕੀਤੀਆਂ, ਪਰਮੇਸ਼ਵਰ ਨੇ ਸਾਰੀਆਂ ਦਾ ਜਵਾਬ ਨਹੀਂ ਦਿੱਤਾ, ਲੇਕਿਨ ਕੰਮ ਉਹ ਵੀ ਹੋ ਗਏ ਜਿਨ੍ਹਾਂ ਦੇ ਲਈ ਅਸੀਂ ਦੁਆ ਕੀਤੀ ਵੀ ਨਹੀਂ ਸੀ। ਜਿਹੜੀ ਮੰਗ ਕੀਤੀ ਸੀ ਉਹ ਪੂਰੀ ਨਹੀਂ ਹੋਈ, ਪਰ ਜਿਹੜੀਆਂ ਮੰਗਾਂ ਨਹੀਂ ਸੀ ਕੀਤੀਆਂ ਉਹ ਬਿਨਾਂ ਮੰਗੇ ਤੋਂ ਹੀ ਪੂਰੀਆਂ ਹੋ ਗਈਆਂ। ਕਿਉਂਕਿ ਪਰਮੇਸ਼ਵਰ ਦੀ ਬੁੱਧ ਨੂੰ ਕਿਹਨੇ ਜਾਣਿਆ? ਉਹ ਸਾਡੀ ਬੁੱਧੀ ਤੋਂ ਬਹੁਤ ਅੱਗੇ ਦੀ ਸੋਚ ਰੱਖਣ ਵਾਲਾ ਹੈ, ਇਸੇ ਲਈ ਉਹ ਪਰਮੇਸ਼ਵਰ ਆ। ਸੋ ਇਸ ਵਰਸ ਨੂੰ ਲੈ ਕੇ ਸੰਸਾਰ ਦੇ ਬਹੁਤ ਸਾਰੇ ਸੇਵਕ ਜਿਹੜੇ ਆ ਉਹ ਤਰ੍ਹਾਂ ਤਰ੍ਹਾਂ ਦੇ ਨਾਲ ਇਹਨੂੰ ਗੱਲ ਨੂੰ ਪੇਸ਼ ਕਰਦੇ ਆ। ਔਰ ਕਿੱਦਾਂ ਕਰਦੇ ਆ? ਇੱਥੇ ਉਹਨੂੰ 3 ਪੁਆਇੰਟ ਲੈ ਲੈਂਦੇ ਆ। ਔਰ 3 ਪੁਆਇੰਟ ਕੀ ਆ? ਨੰਬਰ 1, ਆਤਮਿਕ ਉન્નਤੀ ਦਾ ਹੋਣਾ ਜ਼ਰੂਰੀ ਹੈ। ਨੰਬਰ 2, ਜਿਸਮਾਨੀ ਉન્નਤੀ ਵੀ ਹੋਣੀ ਚਾਹੀਦੀ ਹੈ। ਨੰਬਰ 3, ਖੁਦਾ ਦਾ ਬੰਦਾ ਤੰਦਰੁਸਤ ਰਹਿਣਾ ਚਾਹੀਦਾ। ਕੀ ਹੋਣਾ ਚਾਹੀਦਾ ਭਲਾ? ਨੰਬਰ 1, ਆਤਮਿਕ ਉન્નਤੀ ਹੋਣੀ ਚਾਹੀਦੀ। ਨੰਬਰ 2, ਜਿਸਮਾਨੀ ਉન્નਤੀ ਹੋਣੀ ਚਾਹੀਦੀ। ਨੰਬਰ 3, ਉਹ ਤੰਦਰੁਸਤ ਰਹਿਣਾ ਚਾਹੀਦਾ। ਤੇ ਹੁਣ ਤੁਸੀਂ ਜਿੰਨਾ ਵੀ ਤੁਹਾਡਾ ਪ੍ਰੈਕਟੀਕਲ ਹੈਗਾ ਜੀਵਨ ਦੇ ਵਿੱਚ, ਇੱਕ ਐਸੇ ਬੰਦੇ ਦਾ ਮੈਨੂੰ ਨਾਂ ਦੱਸੋ ਜਿਹੜਾ ਇਹਨਾਂ ਤਿੰਨਾਂ ਚੀਜ਼ਾਂ 'ਚ ਪੂਰਾ। ਹਾਂਜੀ, ਕਿਹੜਾ ਬੰਦਾ ਹੈ ਜਿਹੜਾ ਤੰਦਰੁਸਤ ਹੋਵੇ? ਹਾਂਜੀ, ਤੰਦਰੁਸਤ ਕੋਈ ਵੀ ਨਹੀਂ ਹੈ। ਹੁਣ ਜੇ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਲਈਏ ਵੀ ਆਤਮਿਕ ਉન્નਤੀ, ਤੇ ਉੱਥੇ ਲਿਖਿਆ ਵੀ ਸਭ ਬਾਤੋਂ ਮੇਂ ਉન્નਤੀ ਕਰੇ। ਇਹ ਜਿਹੜਾ ਸਭ ਬਾਤੋਂ ਮੇਂ ਉન્નਤੀ ਕਰਨਾ ਹੈ, ਜਿਹਨੂੰ ਲੈ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਵੀ ਜਿੱਦਾਂ ਤੁਸੀਂ ਆਤਮਿਕ ਉન્નਤੀ ਕਰਦੇ ਉੱਦਾਂ ਤੁਹਾਡੀ ਜਿਹੜੀ ਹੈਗੀ ਆ ਘਰੇਲੂ ਉન્નਤੀ ਹੋਣੀ ਚਾਹੀਦੀ ਆ, ਤੁਹਾਡੀ ਫਾਈਨੈਂਸ਼ੀਅਲ ਉન્નਤੀ ਹੋਣੀ ਚਾਹੀਦੀ, ਤੁਹਾਡੀ ਬਿਜ਼ਨਸ 'ਚ ਉન્નਤੀ ਹੋਣੀ ਚਾਹੀਦੀ ਆ, ਤੁਹਾਡਾ ਇਸ ਸੰਸਾਰ ਦੇ ਵਿੱਚ ਉન્નਤੀ ਹੋਣੀ ਚਾਹੀਦੀ ਆ। ਔਰ ਕੁਛ ਇੱਕ ਦਾ ਇਹ ਵੀ ਕਹਿਣਾ ਆ ਕਿ ਅਗਰ ਆਤਮਿਕ ਉન્નਤੀ ਹੋ ਰਹੀ ਆ ਪਰ ਸੰਸਾਰਿਕ ਜਿਸਮਾਨੀ ਸੰਸਾਰ ਦੀਆਂ ਚੀਜ਼ਾਂ ਦੇ ਵਿੱਚ ਉન્નਤੀ ਨਹੀਂ ਹੋ ਰਹੀ, ਤਾਂ ਵੀ ਤੁਸੀਂ ਠੀਕ ਨਹੀਂ ਆ। ਜੇ ਆਤਮਿਕ ਉન્નਤੀ ਹੋ ਰਹੀ ਆ ਪਰ ਗਰੀਬੀ ਦੇ ਨਾਲ, ਭੁੱਖਮਰੀ ਨਾਲ ਲੜ ਰਹੇ ਆ, ਤੇ ਫਿਰ ਤੁਸੀਂ ਪਰਮੇਸ਼ਵਰ ਦੀ ਨਜ਼ਰ ਵਿੱਚ ਕੀ ਆ? ਭਲਾ ਠੀਕ। ਇਸੇ ਲਈ ਤੁਹਾਡੇ ਉੱਤੇ ਇਹ ਦਸ਼ਾ ਜਿਹੜੀ ਆ ਉਹ ਬਣੀ ਹੋਈ ਆ। ਸਹਿਮਤ ਹੋ? ਸਿੱਖ ਰਹੇ ਆ, ਨਿਕਲ ਕੇ ਆਇਆ, ਪਰ ਸਮੇਂ ਆਏ ਉਹ ਚੀਜ਼ ਪੂਰੀ ਹੋਈ। ਸਿੱਖ ਰਹੇ ਹਨ, ਸਿੱਖ ਰਹੇ ਆ ਕਿ ਆਤਮਿਕ ਉન્નਤੀ ਦੇ ਨਾਲ ਨਾਲ ਕੀ ਇਹ ਗੱਲ ਸਹੀ ਹੈ ਕਿ ਸੰਸਾਰਿਕ ਉન્નਤੀ ਵੀ ਹੋਣੀ ਚਾਹੀਦੀ ਹੈ, ਤੇ ਫੇਰ ਹੀ ਪਰਮੇਸ਼ਵਰ ਸਾਡੇ ਤੇ ਪ੍ਰਸੰਨ ਆ।
ਤੇ ਜੇ ਸੰਸਾਰਿਕ ਉન્નਤੀ ਨਾ ਹੋਵੇ ਤੇ ਪਰਮੇਸ਼ਵਰ ਪ੍ਰਸੰਨ ਨਹੀਂ ਹੈ। ਹਾਂਜੀ, ਪਰਮੇਸ਼ਰ ਦੀ ਮਰਜ਼ੀ ਆ ਕਿ ਉਹਨੇ ਜਿਸਮਾਨੀ ਸਾਡੀ ਵਧਾਉਣਾ ਨਹੀਂ ਵਧਾਉਣਾ। ਵਚਨ ਕੀ ਕਹਿੰਦਾ ਇਹਦੇ ਬਾਰੇ? ਬਹੁਤ ਵਾਰੀ ਸਿੱਖਿਆ ਉਹੀ ਗੱਲਾਂ ਬਾਰ-ਬਾਰ ਰਿਪੀਟ ਤਾਂ ਕਰੀਦੀਆਂ ਵੀ ਕਿਉਂਕਿ ਸਬਜੈਕਟ ਹੁੰਦਾ ਤੇ ਉਹਦੇ ਨਾਲ ਜਿਹੜੀ ਰਿਲੇਟਡ ਗੱਲ ਆਉਂਦੀ ਆ ਉਹਨੂੰ ਦੱਸਣਾ ਜਿਹੜਾ ਕੀ ਬਣਦਾ ਭਲਾ ਫਰਜ਼ ਬਣਦਾ। ਤੇ ਫਰਜ਼ ਕੀ ਆ? ਸੰਸਾਰਿਕ ਚੀਜ਼ ਦੀ ਗੱਲ ਪ੍ਰਭੂ ਯਿਸੂ ਮਸੀਹ ਦੇ ਅੱਗੇ ਰੱਖੀ ਨਾ ਵਿਰੋਧੀ ਨੇ, ਤੇ ਯਿਸੂ ਮਸੀਹ ਨੇ ਠੁਕਰਾ ਦਿੱਤੀ। ਹੁਣ ਵਚਨ ਕੀ ਦੱਸਦਾ? ਅਸੀਂ ਯਿਸੂ ਮਸੀਹ ਦੇ ਪਦ ਚਿੰਨ੍ਹਾਂ ਉੱਤੇ ਚੱਲਣਾ, ਉਹਦੇ ਨਕਸ਼ੇ ਕਦਮ ਦੇ ਉੱਤੇ ਅਸੀਂ ਚੱਲਣਾ ਹੈ। ਜੇ ਸਾਡੇ ਪ੍ਰਭੂ ਨੇ ਠੁਕਰਾਈ ਆ ਤੇ ਹੁਣ ਅਸੀਂ ਉਹਦੇ ਨਕਸ਼ੇ ਕਦਮ ਤੇ ਚੱਲਣਾ, ਤੇ ਜੇ ਉਹਦੇ ਨਕਸ਼ੇ ਕਦਮ ਤੇ ਚੱਲ ਕੇ ਅਸੀਂ ਜਿਹੜੀ ਚੀਜ਼ ਨੂੰ ਮੇਰੇ ਪ੍ਰਭੂ ਨੇ ਠੁਕਰਾਇਆ ਉਹਨੂੰ ਮੈਂ ਅਪਣਾਵਾਂ, ਤੇ ਫਿਰ ਮੈਂ ਕੀ ਆਪਣੇ ਪ੍ਰਭੂ ਦੇ ਨਕਸ਼ੇ ਕਦਮ ਤੇ ਚੱਲ ਰਿਹਾ? ਤੇ ਹੁਣ ਜਦੋਂ ਮੇਰੇ ਪ੍ਰਭੂ ਨੇ ਠੁਕਰਾਈ ਆ ਤੇ ਮੇਰੇ ਲਈ ਫਿਰ ਕੀ ਹੁਕਮ ਹੈ ਭਲਾ? ਮੈਂ ਵੀ ਜਿਵੇਂ ਉਹਨੇ ਇਸ ਸੰਸਾਰ ਨੂੰ ਠੁਕਰਾਇਆ ਤਿਵੇਂ ਮੈਂ ਵੀ ਇਸ ਸੰਸਾਰ ਦੀ ਹਰ ਸੁੱਖ ਸੁਵਿਧਾ ਨੂੰ ਕੀ ਕਰਾਂ ਭਲਾ? ਠੁਕਰਾਵਾਂ। ਉਹ ਤੇ ਬਾਦਸ਼ਾਹ ਦੇ ਘਰ ਜਨਮ ਲੈ ਸਕਦਾ ਸੀ ਨਾ, ਪਰ ਉਹਨੇ ਨਹੀਂ ਲਿਆ। ਉਹ ਸ਼ਾਨੋ ਸ਼ੌਕਤ ਦੇ ਨਾਲ ਇਸ ਜਹਾਨ ਦੇ ਵਿੱਚ ਆ ਕੇ ਰਹਿ ਸਕਦਾ ਸੀ, ਸ੍ਰਿਸ਼ਟੀ ਕਰਤਾ ਸੀ, ਪਰ ਉਹਨੇ ਉਦਾਂ ਰਹਿਣਾ ਪਸੰਦ ਨਹੀਂ ਕੀਤਾ। ਵਚਨ 'ਚ ਲਿਖਿਆ ਵੀ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਲਈ ਪਰਮੇਸ਼ਵਰ ਨੇ ਇੱਕ ਨਮੂਨਾ ਕਰਕੇ ਸਾਡੇ ਅੱਗੇ ਰੱਖਿਆ, ਔਰ ਅਸੀਂ ਉਹਨੂੰ ਆਪਣਾ ਅਗੁਆ ਮੰਨ ਕੇ ਤੇ ਉਹਦੇ ਨਕਸ਼ੇ ਕਦਮ ਦੇ ਉੱਤੇ ਆਪਣਾ ਜੀਵਨ ਗੁਜ਼ਾਰਨਾ ਆ। ਤੇ ਜੇ ਅਸੀਂ ਉਹਦੇ ਨਕਸ਼ੇ ਕਦਮ ਤੇ ਜੀਵਨ ਗੁਜ਼ਾਰਾਂਗੇ ਤੇ ਪ੍ਰਭੂ ਯਿਸੂ ਮਸੀਹ ਕਿੱਡੀ ਕੁ ਐਸ਼ ਪ੍ਰਸਤੀ ਦਾ ਜੀਵਨ ਜੀ ਕੇ ਗਿਆ, ਦੱਸੋ। ਹਾਂਜੀ, ਪ੍ਰਭੂ ਯਿਸੂ ਮਸੀਹ ਇੱਕ ਤਰਖਾਣ ਦੇ ਘਰ ਦੇ ਵਿੱਚ ਆਇਆ। ਉਸ ਤਰਖਾਣ ਦੀ ਮੌਤ ਵੀ ਕਦੋਂ ਹੋ ਗਈ ਕੋਈ ਪਤਾ ਨਹੀਂ, ਲੇਕਿਨ ਇਹ ਬਾਈਬਲ ਦੇ ਜਿਹੜੇ ਵਿਦਵਾਨ ਦੱਸਦੇ ਆ ਵੀ ਪ੍ਰਭੂ ਯਿਸੂ ਮਸੀਹ ਅਜੇ ਬਾਲਕਪਨ ਦੇ ਵਿੱਚ ਸੀਗੇ ਜਦੋਂ ਯੂਸਫ ਇਸ ਜਹਾਨ ਤੋਂ ਚਲਾ ਜਾਂਦਾ ਹੈ। ਤੇ ਪ੍ਰਭੂ ਯਿਸੂ ਮਸੀਹ 30 ਸਾਲਾਂ ਤੱਕ ਆਪਣੇ ਘਰ ਦੇ ਵਿੱਚ ਰਹਿੰਦੇ ਆ ਤੇ ਉਹ ਕੋਸ਼ਿਸ਼ ਕਰਦੇ ਆ ਜੋ ਜਿਸਮਾਨੀ ਤੌਰ ਤੇ ਕਹਾਇਆ ਜਾਣ ਵਾਲਾ ਯੂਸਫ, ਜਿਹਨੂੰ ਕਿ ਦੁਨੀਆ ਪ੍ਰਭੂ ਯਿਸੂ ਮਸੀਹ ਦਾ ਬਾਪ ਸਮਝਦੀ ਆ, ਉਹੋ ਹੀ ਕੰਮ ਉਹ ਆਪਣੇ ਪਰਿਵਾਰ ਦੇ ਵਿੱਚ ਕਰਦਾ ਆ। ਇੰਜੀਨੀਅਰ ਨਹੀਂ ਸੀ ਬਣ ਗਿਆ ਪ੍ਰਭੂ ਯਿਸੂ ਮਸੀਹ, ਬਣ ਸਕਦਾ ਸੀ, ਸਾਇੰਟਿਸਟ ਬਣ ਸਕਦਾ ਸੀ, ਹਾਂਜੀ, ਵੱਡੇ ਰੁਤਬੇ ਤੇ ਪਹੁੰਚ ਸਕਦਾ ਸੀਗਾ, ਇਲੈਕਸ਼ਨ ਵੀ ਲੜ ਸਕਦਾ ਸੀ, ਹਾਂਜੀ, ਬਾਦਸ਼ਾਹ ਨੂੰ ਹਟਾ ਕੇ ਉਹਦੇ ਤਖਤ ਉੱਤੇ ਬੈਠ ਸਕਦਾ ਸੀ, ਇਸਰਾਇਲ ਦੇ ਉੱਤੇ ਰਾਜ ਕਰ ਸਕਦਾ ਸੀ, ਪੂਰੀ ਸ਼ਾਨੋ ਸ਼ੌਕਤ ਦੇ ਨਾਲ ਵਧੀਆ ਪੋਸ਼ਾਕ ਪਹਿਨ ਕੇ ਰਹਿ ਸਕਦਾ ਸੀ। ਰਿਹਾ ਪੂਰਾ ਅਲਫ ਨੰਗਾ ਕਰਕੇ ਸਰੀਰ ਤੇ ਟੰਗਿਆ। ਕਿਦਾਂ ਭਲਾ? ਇਹ ਵਿਦਵਾਨ ਦੱਸਦੇ ਆ, ਉਹ ਜਿਹੜਾ ਲੰਗੋਟਾ ਜਿਹਾ ਪਾਇਆ, ਸਾਨੂੰ ਫੋਟੋ ਹੀ ਦੇਖਦਾ, ਉਹ ਪਾਇਆ ਨਹੀਂ ਸੀ। ਉਹ ਸਿਰਫ ਇਹ ਹੈ ਵੀ ਬੁਰਾ ਲੱਗਦਾ ਆ ਤਸਵੀਰ ਨੂੰ ਸਮਝਾਉਂਦਿਆਂ ਹੈ, ਇਸ ਕਰਕੇ ਉਹ ਦਿਖਾਉਂਦੇ ਆ, ਲੇਕਿਨ ਉਹ ਵੀ ਸਰੀਰ ਦੇ ਉੱਤੇ ਇਸੇ ਕਰਕੇ ਤੇ ਕੋਈ ਉਹਦੇ ਵੱਲ ਦੇਖਦਾ ਵੀ ਨਹੀਂ ਸੀ। ਤੇ ਜਿਹਦੇ ਨਕਸ਼ੇ ਕਦਮ ਤੇ ਅਸੀਂ ਚੱਲਣਾ ਹੈ ਉਹਦੀ ਇਹ ਦਸ਼ਾ ਆ, ਤੇ ਉਹ ਸਾਨੂੰ ਨਮੂਨਾ ਕਰਕੇ ਰੱਖਿਆ ਪਰਮੇਸ਼ਵਰ ਨੇ, ਤੇ ਲਿਖਿਆ ਉਹਦੇ ਲਹੂ ਦੇ ਨਾਲ ਅਸੀਂ ਖਰੀਦੇ ਗਏ ਆ। ਤੇ ਜਦੋਂ ਅਸੀਂ ਉਹਦੇ ਲਹੂ ਦੇ ਨਾਲ ਖਰੀਦੇ ਗਏ ਆ ਤੇ ਖਰੀਦਣ ਦੇ ਵਿੱਚ ਫਿਰ ਚੱਕਰ ਕੀ ਹੈ ਉਹਨੂੰ ਸਮਝਣਾ ਆ। ਉਹ ਫਿਰ ਸੰਤ ਪੌਲੁਸ ਉਹਨਾਂ ਦੀ ਸਮਝ ਦੇ ਵਿੱਚ ਆਉਂਦਾ, ਤੇ ਸੰਤ ਪੌਲੁਸ ਹੋਣੀ ਫਿਰ ਲਿਖਦੇ ਆ ਜਿਹੜਾ ਭਗਤੀ ਦੇ ਨਾਲ ਜੀਵਨ ਗੁਜ਼ਾਰਨਾ ਚਾਹੁੰਦਾ ਆ ਉਹ ਸਤਾਇਆ ਜਾਊਗਾ। ਹਾਂਜੀ, ਕੀ ਲਿਖਦੇ ਭਲਾ? ਜਿਹੜਾ ਭਗਤੀ ਦੇ ਨਾਲ ਜੀਵਨ ਗੁਜ਼ਾਰਨਾ ਚਾਹੁੰਦਾ ਆ ਉਹ ਸਤਾਇਆ ਜਾਊਗਾ ਕਿ ਐਸ਼ ਕਰੂਗਾ? ਤੇ ਜਿਹਨੇ ਜਾਇਜ਼ ਸਤਾਇਆ ਜਾਣਾ ਆ ਤੇ ਉਹਦੇ ਜ਼ਿੰਦਗੀ ਦੇ ਵਿੱਚ ਫਿਰ ਅਸੀਂ ਕਿੱਦਾਂ ਉન્નਤੀ ਸੰਸਾਰਿਕ ਕਹਿ ਸਕਦੇ ਹਾਂ? ਹਾਂਜੀ, ਉਹੋ ਹੀ ਸੰਤ ਪੌਲੁਸ ਕਰਦਾ, ਹੇ ਪ੍ਰਿਓ ਅਸੀਂ ਬਹੁਤ ਦੁੱਖ ਸਹਿ ਸਹਿ ਕੇ ਉਹਦੇ ਰਾਜ ਦੇ ਵਿੱਚ ਵੜਨਾ। ਤੇ ਸੰਤ ਪੌਲੁਸ ਹੋਣੀ ਤੇ ਗੱਲ ਹੀ ਦੁੱਖ ਦੀ ਕਰ ਰਹੇ, ਔਰ ਆਪ ਇਹਨਾਂ ਦੁੱਖਾਂ ਦੇ ਵਿੱਚੋਂ ਦੀ ਉਹਨਾਂ ਦਾ ਜੀਵਨ ਪੂਰੇ ਦਾ ਪੂਰਾ ਗੁਜ਼ਰਿਆ ਹੈ, ਤੇ ਪਰਮੇਸ਼ਵਰ ਪੱਖਪਾਤ ਨਹੀਂ ਕਰਦਾ। ਤੇ ਹੁਣ ਜੇਕਰ ਸਭ ਬਾਤੋਂ ਕੋ ਅਸੀਂ ਸੰਸਾਰ ਦੀਆਂ ਗੱਲਾਂ ਦੇ ਨਾਲ ਜੋੜ ਕੇ ਦੇਖੀਏ ਤੇ ਕੀ ਸੰਤ ਪੌਲੁਸ ਹੋਣੀ ਸਾਡੇ ਨਾਲੋਂ ਘੱਟ ਧਰਮੀ ਸੀਗੇ? ਕੀ ਉਹਨਾਂ ਦਾ ਗ੍ਰਾਫ ਸਾਡੇ ਨਾਲੋਂ ਬਹੁਤ ਥੱਲੇ ਸੀਗਾ? ਜਦੋਂ ਉਹਨਾਂ ਦੀ ਏਡੀ ਬੁਰੀ ਦਸ਼ਾ ਬਣੀ ਆ, ਜਦੋਂ ਉਹਨਾਂ ਦੇ ਨਾਲ ਇੰਨਾ ਕੁਝ ਬੁਰਾ ਹੋਇਆ ਜਿਹਨਾਂ ਦੀ ਪਵਿੱਤਰਤਾਈ ਦੇ ਪੈਮਾਨੇ ਦੇ ਨਾਲ ਅਸੀਂ ਆਪਣੀ ਤੁਲਨਾ ਕਰੀਏ ਤੇ ਅਸੀਂ ਉਹਨਾਂ ਦੇ ਸਾਹਮਣੇ ਅਜੇ ਵੀ ਖੜੇ ਹੋਣ ਦੇ ਲਾਇਕ ਨਹੀਂ ਆ। ਤੇ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਇਹ ਸਭ ਕੁਝ ਹੋ ਗੁਜ਼ਰਿਆ
ਤੇ ਪਰਮੇਸ਼ਰ ਅੱਜ ਸਾਡੇ ਨਾਲ ਭਲਾਈਆਂ ਵਿਖਾਵੇ ਤੇ ਕੱਲ ਨੂੰ ਸੰਤ ਪਲੂਸ ਹੋਣੀ ਕਚਹਿਰੀ ਵਿੱਚ ਖੜੇ ਹੋ ਕੇ ਪਰਮੇਸ਼ਰ ਦੇ ਉੱਤੇ ਸਵਾਲ ਕਰਨਗੇ, ਸਾਡੇ ਨਾਲ ਵਿਤਕਰਾ ਕਿਉਂ? ਕਿਉਂਕਿ ਵਚਨ ਕੀ ਕਹਿੰਦਾ? ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ ਨਹੀਂ। ਕੱਲ ਨੂੰ ਪਤਰਸ ਹੋਣੀ ਖੜੇ ਹੋਣਗੇ, ਸਾਨੂੰ ਪੁੱਠਾ ਗੱਲ ਹੀ ਲਟਕਾਇਆ ਸੀ, ਇਦਾਂ ਦੇ ਲੈ ਕੇ ਆਉਣੇ ਜੇ ਇਹਨਾਂ ਨੂੰ ਤੂੰ ਐਸ਼ ਕਰਾਉਣੀ ਸੀਗੀ, ਇਹਨਾਂ ਨੂੰ ਤੂੰ ਮਹਿਲਾਂ ਦੇ ਵਿੱਚ ਰੱਖਣਾ ਸੀ, ਇਹਨਾਂ ਨੂੰ ਤੂੰ ਬਾਦਸ਼ਾਹੀ ਜ਼ਿੰਦਗੀ ਦੇਣੀ ਸੀ, ਤੇ ਫਿਰ ਸਾਡੇ ਨਾਲ ਕੀ ਦੁਸ਼ਮਣੀ ਸੀਗੀ? ਸਾਨੂੰ ਇੰਨੇ ਦੁੱਖਾਂ ਦੇ ਵਿੱਚੋਂ ਦੀ ਕਿਉਂ ਗੁਜ਼ਰਨ ਦਿੱਤਾ? ਸਾਨੂੰ ਘਰੋਂ ਬੇਘਰ ਕਾਲੀ ਰੱਖਿਆ? ਸਾਡਾ ਜੀਵਨ ਸਾਰਾ ਇਸੇ ਤਰ੍ਹਾਂ ਦੁੱਖਾਂ ਦੇ ਵਿੱਚ ਕਿਉਂ ਗੁਜ਼ਰਿਆ? ਪਹਿਲੀ ਸਦੀ ਦੇ ਸਾਰੇ ਇਮਾਨਦਾਰ ਉੱਠ ਖੜੇ ਹੋਣਗੇ ਪਰਮੇਸ਼ਵਰ ਦੀ ਕਚਹਿਰੀ ਦੇ ਵਿੱਚ, ਪਰਮੇਸ਼ਵਰ ਦੇ ਉੱਤੇ ਉਂਗਲੀ ਕਰਨ ਦੇ ਲਈ ਕਿ ਸਾਡਾ ਤਾਂ ਸਭ ਕੁਝ ਵਿਕਾ ਦਿੱਤਾ ਸੀ। ਤੇ ਕਲੀਸਿਆ ਹੈ ਨਾ, ਭਾਵੇਂ ਪਹਿਲੀ ਸਦੀ ਦੀ ਹੋਵੇ ਤੇ ਭਾਵੇਂ ਅੱਜ ਦੀ ਹੋਵੇ। ਹਾਲੇਲੂਇਆ। ਕਲੀਸਿਆ ਆ, ਭਾਵੇਂ ਪਹਿਲੀ ਸਦੀ ਦੀ ਹੋਵੇ ਤੇ ਭਾਵੇਂ ਅੱਜ ਦੀ ਹੋਵੇ, ਤੇ ਉਹ ਕਲੀਸਿਆ ਕੱਲ ਨੂੰ ਕਚਹਿਰੀ 'ਚ ਖੜੀ ਹੋ ਕੇ ਪਰਮੇਸ਼ਵਰ ਤੇ ਉਂਗਲੀ ਚੱਕੂਗੀ, ਸਾਡੇ ਨਾਲ ਏਦਾਂ ਤੇ ਇਹਨਾਂ ਦੇ ਨਾਲ ਏਦਾਂ ਕਿਉਂ? ਹਨਾ? ਉਹ ਵੱਖਰੀ ਗੱਲ ਆ ਕਿ ਸੰਸਾਰ ਦੇ ਵਿੱਚ ਕੁਝ ਜਿਹੜੀਆਂ ਆ ਚੇਂਜਸ ਆਉਂਦੀਆਂ ਆ, ਤੇ ਉਹਦੇ ਵਿੱਚ ਕੀ ਅਸੀਂ ਦੇਖਦੇ ਆ ਵੀ ਜਿੱਦਾਂ ਉਹਨੇ ਬੱਬੂ ਮਾਨ ਜੀ ਨੇ ਗਾਤਾ ਸੀ ਗਾਣਾ, ਇੱਕ ਬਾਬਾ ਨਾਨਕ ਸੀ ਜਿਹਨੇ ਤੁਰ ਕੇ ਦੁਨੀਆ ਗਾਤੀ, ਤੇ ਇੱਕ ਅੱਜ ਕੱਲ ਬਾਬੇ ਨੇ ਓਡੀ ਉੱਤੇ ਲਾਲ ਬੱਤੀ ਲਾਤੀ ਹੈ ਨਾ। ਤੇ ਇਹ ਪੱਕੀ ਗੱਲ ਆ ਵੀ ਬਾਬਾ ਨਾਨਕ ਜੀ ਅਗਰ ਅੱਜ ਦੇ ਸਮੇਂ ਵਿੱਚ ਆਉਂਦੇ ਤੇ ਓਡੀ ਦੇ ਉੱਤੇ ਬੱਤੀ ਲੱਗਣੀ ਸੀਗੀ। ਹੋ ਸਕਦਾ ਉਹ ਜਹਾਜ਼ ਵੀ ਖਰੀਦਦੇ। ਕਿਉਂ ਭਲਾ? ਕਿਉਂਕਿ ਉਦੋਂ ਤੇ ਸਾਧਨ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਤੁਰ ਕੇ ਮੱਕੇ ਤੱਕ ਜਾਣਾ ਪਿਆ। ਅੱਜ ਤੇ ਬੰਦਾ ਟਾਈਮ ਸੇਵ ਕਰੂਗਾ ਨਾ, ਕਿਉਂ? ਜਿੰਨਾ ਟਾਈਮ ਸੇਵ ਹੋਊਗਾ ਓਨਾ ਹੀ ਪ੍ਰਚਾਰ ਜ਼ਿਆਦਾ ਕਰਨ ਦਾ ਮੌਕਾ ਮਿਲੂਗਾ। ਸੋ ਸੰਸਾਰ ਜਿੱਥੇ ਇਹਨਾਂ ਚੀਜ਼ਾਂ ਦੇ ਵਿੱਚ ਤਰੱਕੀ ਕਰ ਰਿਹਾ ਆ, ਸੁੱਖ ਸਾਧਨ ਸੰਸਾਰਿਕ ਲੋਕ ਲੈ ਕੇ ਆ ਰਹੇ ਆ, ਸਭੋ ਕੁਝ ਉਸੇ ਦੇ ਦੁਆਰਾ ਤੇ ਉਹਦੇ ਲਈ ਰਚਿਆ ਗਿਆ ਆ। ਉਹਦੇ ਵਿੱਚ ਇਹ ਸਾਰੀਆਂ ਸੁਵਿਧਾਵਾਂ ਜਿਹੜੀਆਂ ਲੋਕਾਂ ਦੇ ਲਈ ਦਿੱਤੀਆਂ ਗਈਆਂ ਆ, ਸਾਨੂੰ ਉਹਨਾਂ ਸੁਵਿਧਾਵਾਂ ਦੇ ਵਿੱਚ ਐਸ਼ੋ ਆਰਾਮ ਦੇ ਲਈ ਨਹੀਂ ਬੁਲਾਇਆ ਗਿਆ, ਬਲਕਿ ਜਿੱਥੇ ਲੋਕ ਉਹਨਾਂ ਸੁੱਖ ਸੁਵਿਧਾਵਾਂ ਨੂੰ ਆਪਣੇ ਐਸ਼ੋ ਆਰਾਮ ਦੇ ਲਈ ਇਸਤੇਮਾਲ ਕਰਦੇ ਆ, ਉੱਥੇ ਹੀ ਅਸੀਂ ਉਹਨਾਂ ਸੁੱਖ ਸੁਵਿਧਾਵਾਂ ਨੂੰ ਪਰਮੇਸ਼ਵਰ ਦੀ ਮਹਿਮਾ ਦੇ ਲਈ ਇਸਤੇਮਾਲ ਕਰਨਾ ਹੈ। ਹਾਲੇਲੂਇਆ। ਲੋਕ ਇੰਟਰਨੈਟ ਨੂੰ ਗੁਨਾਹ ਕਰਨ ਦੇ ਲਈ ਇਸਤੇਮਾਲ ਕਰਦੇ ਆ, ਅਸੀਂ ਨਹੀਂ ਕਰਨਾ। ਲੋਕ ਅਗਰ ਕੋਈ ਗੱਡੀ ਖਰੀਦਦੇ ਆ, ਕੋਈ ਵੀ ਚੀਜ਼ ਖਰੀਦਦੇ ਆ, ਘਰ ਬਣਾਉਂਦੇ, ਦੂਸਰੇ ਨੂੰ ਦਿਖਾਉਣ ਵਾਸਤੇ ਬੋਲਦੇ ਦੇਖੋ ਅਸੀਂ ਕਿੱਡਾ ਜ਼ਬਰਦਸਤ ਗੱਡੀ ਲਈ ਹੈ, ਅਸੀਂ ਕਿੱਡਾ ਜ਼ਬਰਦਸਤ ਘਰ ਬਣਾਇਆ ਹੈ। ਲੇਕਿਨ ਖੁਦਾ ਦੇ ਬੰਦੇ ਨੇ ਐਸਾ, ਖੁਦਾ ਦਾ ਬੰਦਾ ਕੋਈ ਵੀ ਕੰਮ ਦਿਖਾਵੇ ਲਈ ਕਰਦਾ ਹੈ, ਤੇ ਜਿੱਥੇ ਵਿਵਸਥਾ ਦਾ ਕਾਨੂੰਨ ਆ, ਜਿਹੜਾ ਦਿਖਾਵਾ ਕਰੇ ਜਾਨੋਂ ਮਾਰ ਦਿੱਤਾ ਜਾਵੇ। ਤੇ ਅੱਜ ਮੈਂ ਪ੍ਰਭੂ ਦੇ ਚ ਦਿਖਾਵਾ ਕਰਾਂ, ਦੇਖੋ ਮੈਨੂੰ ਪ੍ਰਭੂ ਨੇ ਕਿੱਡੀ ਵੱਡੀ ਗੱਡੀ ਦਿੱਤੀ ਹੈ ਜੀ, ਰੋਇਸ ਰੋਇਲ ਦੇਤੀ ਮੈਨੂੰ। ਕੀ ਹੈ ਭਲਾ ਇਹ? ਜਿਹਦੇ ਕੋ ਨਹੀਂ ਆ ਉਹਦੇ ਤੇ ਸਰੀਰ ਦੇ ਉੱਤੇ ਕੀੜੇ ਰਿੰਗਣੇ ਆ। ਪ੍ਰਭੂ ਇਹ ਕਿਦਾਂ? ਇਹਦੇ ਕੋ ਰੋਲਸ ਰੋਲ, ਮੇਰੇ ਕੋ ਸਾਈਕਲ ਵੀ ਹੈ ਨਹੀਂ। ਇਹਦਾ ਜੀਵਨ ਮੈਨੂੰ ਸਾਫ਼ ਪਤਾ ਆ, ਕਿੱਦਾਂ ਦਾ ਇਹਦਾ ਜੀਵਨ ਆ ਮੈਨੂੰ ਪਤਾ ਆ, ਔਰ ਮੈਂ ਤੇਰੇ ਵਿੱਚ ਸਹੀ ਤਰ੍ਹਾਂ ਚੱਲ ਵੀ ਰਿਹਾ ਆ, ਤੇ ਫਿਰ ਇਹ ਪੱਖਪਾਤ ਕਿਉਂ? ਹਾਂਜੀ, ਤੇ ਇਹਦਾ ਮਤਲਬ ਕੀ ਆ? ਫਿਰ ਸਭ ਬਾतें ਜਿਹੜੀ ਗੱਲ ਆਈ ਆ, ਇਹਦਾ ਰਿਲੇਸ਼ਨ ਜਿਹੜਾ ਆ ਉਹ ਸੰਸਾਰ ਦੇ ਨਾਲ ਨਹੀਂ, ਬਲਕਿ ਤੂੰ ਸਭ ਬਾਤੋਂ में उन्नति करे ਦਾ ਮਤਲਬ ਕੁਛ ਹੋਰ ਆ। ਇੱਥੇ ਸਭ ਬਾਤੋਂ का ਸ਼ਬਦ ਆਇਆ ਆ, ਨਾ ਕਿ ਇਹ ਸ਼ਬਦ ਆਇਆ ਆ ਵੀ ਸਾਰੀਆਂ ਚੀਜ਼ਾਂ ਦੇ ਵਿੱਚ। ਸਭ ਬਾਤੋਂ ਕੀ ਜ਼ਿਕਰ ਆਇਆ ਭਲਾ? ਸਭ ਬਾਤਾਂ। ਪੰਜਾਬੀ ਚ ਪੜ੍ਹ ਲੋਗੇ ਤੇ ਮੈਂ ਗਲਤ ਨਾ ਹੋਵਾਂ। ਸਭ ਗੱਲਾਂ ਦਾ। ਹਾਂਜੀ ਪੜ੍ਹੋ ਜੀ ਪੰਜਾਬੀ ਦੇ ਵਿੱਚ, 3 ਦੀ 2 ਪੜ੍ਹਦੇ ਜਲਦੀ। ਪਿਆਰਿਆ, ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਾਈ ਜਿਵੇਂ ਤੇਰੀ ਜਾਨ ਸੁਖ ਸਾਂਦ ਨਾਲ ਹੈ, ਤਿਵੇਂ ਤੂੰ ਸਭਨੀ ਗੱਲੀ ਸੁਖ ਸਾਂਦ ਨਾਲ ਅਤੇ ਨਰੋਇਆ ਰਹੇ। ਸਭਨੀ ਗੱਲੀ ਕੀ ਰਵੇਂ? ਸਭਨੀ ਗੱਲੀ, ਹਾਂਜੀ ਇਦਾਂ ਲਿਖਿਆ ਜੀ, ਸਭਨੀ ਗੱਲੀ ਕੀ ਰਵੇਂ? ਸੁਖ ਸਾਂਦ। ਸਭਨੀ ਗੱਲੀ ਸੁਖ ਸਾਂਦ ਦੇ ਨਾਲ ਰਵੇਂ।
ਤੇ ਜੇ ਇਹ ਸਭਨੀ ਗੱਲੀ ਜਿਹੜੀਆਂ ਸਭ ਬਾतें ਆ, ਜੇ ਸਭਨੀ ਗੱਲੀ ਦਾ ਇਸ਼ਾਰਾ ਸੰਸਾਰ ਵਾਲੇ ਆ, ਤੇ ਫਿਰ ਸਾਡਾ ਸਵਾਲ ਆ ਇਹ ਵਚਨ ਫਿਰ ਜਿਹੜੇ ਲਿਖ ਰਹੇ ਸੀਗੇ ਉਹਨਾਂ ਦੇ ਨਾਲ ਪੂਰਾ ਕਿਉਂ ਨਹੀਂ ਹੋਇਆ? ਯੂਹੰਨਾ ਦੀ ਮੌਤ ਬੇਸ਼ੱਕ ਨੈਚੁਰਲੀ ਹੋਈ, ਲੇਕਿਨ ਉਹਦੇ ਜੀਵਨ ਦੇ ਬਾਰੇ ਤਾਂ ਸਾਨੂੰ ਪਤਾ ਨਾ ਵੀ ਕਿਹੜੇ ਕਿਹੜੇ ਦੁੱਖ ਉਸ ਬੰਦੇ ਨੇ ਚੱਲੇ ਆ। ਤੇ ਇਹ ਸਾਰੀਆਂ ਸੁੱਖ ਸੁਵਿਧਾਵਾਂ ਦੀਆਂ ਚੀਜ਼ਾਂ ਉਹਨੂੰ ਪ੍ਰਾਪਤ ਨਹੀਂ ਹੋਈਆਂ। ਜਦੋਂ ਉਹਨੂੰ ਇਹ ਸਾਰੀਆਂ ਸੁੱਖ ਸੁਵਿਧਾਵਾਂ ਦੀਆਂ ਚੀਜ਼ਾਂ ਪ੍ਰਾਪਤ ਨਹੀਂ ਹੋਈਆਂ ਤੇ ਉਹ ਦੂਜੇ ਨੂੰ ਇਹਨਾਂ ਚੀਜ਼ਾਂ ਦਾ ਲਾਲਚ ਕਿੱਦਾਂ ਦੇ ਸਕਦਾ? ਬੋਲੋ ਜੀ। ਜਦੋਂ ਉਹਨੂੰ ਪ੍ਰਾਪਤ ਨਹੀਂ ਹੋਈਆਂ ਫਿਰ ਦੂਜੇ ਨੂੰ ਇਹ ਚੀਜ਼ਾਂ ਦਾ ਲਾਲਚ ਕਿੱਦਾਂ ਦੇ ਸਕਦਾ ਆ? ਇਸਤਫਾਨ ਉਹਨਾਂ ਨੂੰ ਵਿਚਾਰਿਆਂ ਨੂੰ ਰੋਟੀ ਪਾਣੀ ਪਕਾਉਂਦਿਆਂ ਨੂੰ ਗਵਾਹੀ ਦੇਣ ਦਾ ਮੌਕਾ ਮਿਲਿਆ, ਉੱਥੇ ਪੱਥਰ ਮਾਰ ਕੇ ਮਾਰ ਦਿੱਤਾ ਗਿਆ। ਠੀਕ ਹੈ, ਉਹਨਾਂ ਨੂੰ ਤੇ ਪ੍ਰਭੂ ਦੇ ਵਿੱਚ ਮौज ਮਸਤੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਪੌਲੁਸ ਉਹਨਾਂ ਨੂੰ ਜੇ ਮੌਕਾ ਮਿਲਿਆ ਪ੍ਰਭੂ ਨੂੰ ਪਹਿਚਾਨਣ ਦਾ ਤੇ ਉਸੇ ਟਾਈਮ ਉਹਨਾਂ ਦਾ ਸਭ ਕੁਝ ਛੁੱਟ ਗਿਆ। ਨੌਕਰੀਆਂ ਜਾਂਦੀਆਂ ਰਹੀਆਂ, ਘਰ-ਬਾਰ ਜਾਂਦਾ ਰਿਹਾ, ਪੋਜੀਸ਼ਨ ਜਾਂਦੀ ਰਹੀ, ਜਗ੍ਹਾ ਜਗ੍ਹਾ ਤੇ ਧੱਕੇ ਖਾ ਰਿਹਾ। ਫਟੇ ਹਾਲ ਆ ਵਿਚਾਰੇ, ਕਿਤੇ ਵੀ ਮਤਲਬ ਕਹਿਣ ਦਾ ਪਾ ਚੈਨ ਨਹੀਂਗਾ, ਲੇਕਿਨ ਬਾਵਜੂਦ ਇਹਦੇ ਸਾਰੀਆਂ ਦੁੱਖੀਆਂ ਤੰਗੀਆਂ ਦੇ ਵਿੱਚੋਂ ਦੀ ਗੁਜ਼ਰ ਕੇ ਵੀ ਉਹਨਾਂ ਦਾ ਆਨੰਦ ਇੰਨਾ ਆ, ਉਹਨਾਂ ਨੂੰ ਇਹ ਪਤਾ ਆ ਇਹ ਥੋੜਾ ਜਿਹਾ ਜਿਹੜਾ ਦੁੱਖ ਆ ਉਹ ਇਸ ਜੀਵਨ ਦੇ ਦੁੱਖ ਨੂੰ ਕਿੰਨਾ ਕਮਾਉਂਦੇ ਭਲਾ? ਉਹਨਾਂ ਨੂੰ ਦੁੱਖ 20 ਸਾਲ ਮਿਲੇ, 30 ਸਾਲ ਮਿਲੇ, 40 ਸਾਲ ਮਿਲੇ, 50 ਸਾਲ ਮਿਲੇ, ਉਹ ਇਹਨੂੰ ਕਿੰਨਾ ਕਮਾਉਂਦੇ ਭਲਾ? ਵਚਨ ਦੇ ਅਨੁਸਾਰ ਕੀ ਹੈ ਭਲਾ ਇਹ ਦੁੱਖ? ਇਹ ਥੋੜੇ ਦਿਨਾਂ ਦਾ ਦੁੱਖ ਆ। ਤੇ ਵਚਨ ਕੀ ਦੱਸਦਾ? ਇਹ ਥੋੜੇ ਦਿਨਾਂ ਦਾ ਦੁੱਖ ਜਿਹੜੀ ਮਿਲਣ ਵਾਲੀ ਮਹਿਮਾ ਆ ਉਹਦੇ ਨਾਲ ਜੇ ਤਰਾਜੂ ਦੇ ਵਿੱਚ ਰੱਖੋ, ਇਹ ਥੋੜੇ ਦਿਨਾਂ ਦੇ ਦੁੱਖ ਨੂੰ ਮਿਲਣ ਵਾਲੀ ਮਹਿਮਾ ਦੇ ਨਾਲ ਅਗਰ ਤਰਾਜੂ ਦੇ ਵਿੱਚ ਤੋਲੋ ਤੇ ਇਹ ਦੁੱਖ ਕੁਛ ਵੀ ਨਹੀਂ ਹੈ। ਤੇ ਦੁੱਖ ਕਿਸ ਹੱਦ ਤੱਕ ਆ? ਲਿਖਿਆ ਨਾ, ਇੱਕ ਹਿਸਟਰੀ ਦੱਸਦੀ ਨਾ, ਇੱਕ ਸ਼ਾਗਿਰਦ ਦਾ ਚਮੜਾ ਉਤਾਰਿਆ ਗਿਆ ਜਿਵੇਂ ਮਰੇ ਹੋਏ ਪਸ਼ੂ ਦਾ ਚਮੜਾ ਲਾਇਆ ਜਾਂਦਾ। ਕਿਉਂ ਜੀ? ਹੁਣ ਮੈਂ ਰਵਾਂ ਮਹਿਲ ਦੇ ਵਿੱਚ ਤੇ ਪ੍ਰਭੂ ਮੈਨੂੰ ਵੀ ਲੈ ਜਾਵੇ ਸਾਰੀਆਂ ਸੁੱਖ ਸੁਵਿਧਾਵਾਂ ਦੇ ਕੇ ਆਪਣੇ ਰਾਜ ਦੇ ਵਿੱਚ, ਤੇ ਇਹ ਜਿਹੜਾ ਚੇਲਾ ਨਾ ਇਹ ਤੇ ਉੱਥੇ ਪੂਰਾ ਖਲਾਰਾ ਪਾਉ। ਹਾਂਜੀ, ਅਸੀਂ ਖਲਾਂ ਲਥਾ ਛੱਡੀਆਂ, ਸਾਡੇ ਨਾਲ ਕੀ ਦੁਸ਼ਮਣੀ ਸੀਗੀ? ਬੋਲੋ ਜੀ। ਅਸੀਂ ਤੇ 2 ਦਿਨ ਪ੍ਰਭੂ ਦੇ ਲਈ ਦੁੱਖ ਸਹਿ ਨਹੀਂ ਸਕਦੇ, ਤੀਜੇ ਦਿਨ ਅਸੀਂ ਰੋਜ਼ਾ ਰੱਖ ਕੇ ਤੇ ਜਿੱਦ ਕਰ ਲੈਂਦੇ ਬੱਚਿਆਂ ਨੂੰ, ਪ੍ਰਭੂ ਜੀ ਆਹ ਮੁਸੀਬਤ ਸਾਡੇ ਕੋਲ ਨਹੀਂ ਚੱਲੀ ਜਾਣੀ, ਫਟਾਫਟ ਇਹਦਾ ਕੀ ਕਰ ਭਲਾ? ਛੁਟਕਾਰਾ ਕਰ। ਤੇ ਜੇ ਛੁਰੀ ਲੈ ਕੇ ਕੋਈ ਆ ਜਾਵੇ ਚਮੜੀ ਲਾਉਣ ਦੇ ਵਾਸਤੇ, ਫਿਰ ਕਹਿੰਦਾ ਨਾ ਤੂੰ ਸਾਡਾ ਪ੍ਰਭੂ ਤੇ ਨਾ ਅਸੀਂ ਤੇਰੇ ਚੇਲੇ, ਅਸੀਂ ਛੁਰੀਆਂ ਚਲਾਉਣ ਲਈ ਥੋੜੀ। ਜਦੋਂ ਜੇ ਤੁਸੀਂ ਇਦਾਂ ਦਾ ਸਿਖਾਓਗੇ ਤੇ ਕੱਲ ਨੂੰ ਜੇ ਕੋਈ ਛੁਰੀ ਲੈ ਕੇ ਆ ਗਿਆ ਤੇ ਲਥਾਓਗੇ ਚਮੜੀ? ਕਿਉਂ? ਕਿਉਂਕਿ ਤੁਸੀਂ ਕਹਿਣਾ ਪ੍ਰਭੂ ਜੀ ਸਾਡੇ ਦਾਸ ਨੇ ਤਾਂ ਸਿਖਾਇਆ ਸੀਗਾ ਸਭ ਬਾਤੋਂ ਮੈਂ ਉਨਤੀ ਕਰੇ, ਤੇ ਅਸੀਂ ਤੇ ਸੋਚਦੇ ਸੀ ਸਾਰੀਆਂ ਗੱਲਾਂ ਦੇ ਵਿੱਚ ਇਦਾਂ ਹੀ ਉਨਤੀ ਹੋਣੀ ਆ, ਤੇ ਆਹ ਦੇ ਛੁਰੀ ਲੈ ਕੇ ਖੜਾ। ਇਹਦਾ ਮਤਲਬ ਅਸੀਂ ਜਿੱਥੇ ਬੜੇ ਵੱਡੇ ਵਚਨ ਦੇ ਦਾਅਵੇ ਕਰਦੇ ਆ, ਉੱਥੇ ਅਸੀਂ ਆਪਣੀਆਂ ਕੁਝ ਕਮਜ਼ੋਰੀਆਂ ਉੱਤੇ ਪਰਦਾ ਪਾਉਣ ਦੇ ਲਈ ਕਲੀਸਿਆ ਨੂੰ ਗੁੰਮਰਾਹ ਕਰਦੇ ਆ। ਕਲੀਸਿਆ ਸਾਡੀ ਕਿਸੇ ਦੁੱਖ ਦੀ ਰਗ ਉੱਤੇ ਹੱਥ ਨਾ ਰੱਖ ਲਵੇ। ਕਲੀਸਿਆ ਕਿਤੇ ਸਾਨੂੰ ਇਹ ਨਾ ਪੁੱਛ ਲਵੇ ਦੂਜਿਆਂ ਨੂੰ ਤੁਸੀਂ ਤਿਆਗ ਦਾ ਪ੍ਰਚਾਰ ਕਰਦੇ ਆਪ ਤੇ ਤੁਸੀਂ ਸੁੱਖ ਸੁਵਿਧਾਵਾਂ ਦੇ ਵਿੱਚ ਜੀ ਰਹੇ ਹੋ, ਤੇ ਕੱਲ ਨੂੰ ਅਗਰ ਕੋਈ ਉੱਠ ਕੇ ਬਾਈਬਲ ਦੇ ਵਚਨਾਂ ਨੂੰ ਲੈ ਕੇ ਸਾਡੇ ਨਾਲ ਇਹੋ ਜਿਹਾ ਸਵਾਲ ਕਰ ਲਵੇ ਤੇ ਅਸੀਂ ਜਵਾਬ ਕੀ ਦਈਏ? ਉਹਨਾਂ ਦੇ ਲਈ ਫਿਰ ਇਹੋ ਜਿਹੀਆਂ ਵਰਸਾਂ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਦਾ ਯਤਨ ਕੀਤਾ ਜਾਂਦਾ। ਕੱਲ ਨੂੰ ਕੋਈ ਇਹ ਨਾ ਪੁੱਛ ਲਵੇ ਤੁਹਾਡੇ ਕੋਲ ਏਡੀ ਮਾਇਆ ਕਿੱਥੋਂ ਆਈ, ਤੁਸੀਂ ਇਹ ਮਹਿਲ ਮਨਾਰੇ ਕਿੱਦਾਂ ਬਣਾ ਲਏ, ਤੁਸੀਂ ਇਹ ਐਸ਼ ਦੀ ਜ਼ਿੰਦਗੀ ਕਿੱਦਾਂ ਜੀਂਦੇ ਹੋ? ਉਹਦੇ ਲਈ ਫਿਰ ਇਹੋ ਜਿਹੀਆਂ ਵਰਸਾਂ ਦਾ ਸਹਾਰਾ ਲੈ ਕੇ ਤੇ ਕਲੀਸਿਆ ਨੂੰ ਕੀ ਕੀਤਾ ਜਾਂਦਾ ਭਲਾ? ਗੁੰਮਰਾਹ ਕੀਤਾ ਜਾਂਦਾ ਆ। ਤੇ ਲਿਖਿਆ ਵਚਨ ਦੇ ਵਿੱਚ ਠੋਕਰਾਂ ਦਾ ਲੱਗਣਾ ਤੇ ਜਾਇਜ਼ ਆ, ਪਰ ਹਾਏ ਉਹਦੇ ਉੱਤੇ ਆ ਜਿਹਦੇ ਕਾਰਨ ਠੋਕਰ ਲੱਗੇ। ਅਗਰ ਸਭ ਬਾਤੋਂ ਕੋ ਜਿਹੜੀਆਂ ਸਾਰੀਆਂ ਗੱਲਾਂ ਦੀ ਗੱਲ ਅਸੀਂ ਕਰ ਰਹੇ, ਅਗਰ ਇਹਨਾਂ ਦਾ ਮਤਲਬ ਇਹ ਆ ਤੇ ਫਿਰ ਪ੍ਰਭੂ ਯਿਸੂ ਮਸੀਹ ਕਿਉਂ ਕਹਿ ਰਹੇ ਆ? ਜੇ ਇਹਨਾਂ ਦਾ ਮਤਲਬ ਇਹ ਹੀ ਆ ਤੇ ਪ੍ਰਭੂ ਯਿਸੂ ਮਸੀਹ ਫਿਰ ਗਲਤ ਕਹਿ ਰਹੇ ਆ। ਪ੍ਰਭੂ ਯਿਸੂ ਮਸੀਹ ਦਾ ਫਿਰ ਡਬਲ ਸਟੈਂਡਰਡ ਆ। ਪ੍ਰਭੂ ਯਿਸੂ ਮਸੀਹ ਕਹਿ ਰਹੇ ਧਰਤੀ ਦੇ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਖਾ ਜਾਂਦਾ ਤੇ ਜੰਗਾਲ ਲੱਗ ਜਾਂਦਾ। ਹਾਂਜੀ, ਹੁਣ ਦੂਸਰੇ ਪਾਸੇ ਬੰਦਾ ਇਹ ਦਾਵਾ ਕਰੇ ਵੀ ਨਹੀਂ, ਸਭ ਬਾਤੋਂ ਦਾ ਮਤਲਬ ਇਹ ਹੈ ਕਿ ਸਭ ਬਾਤਾਂ ਤੁਸੀਂ ਤਰੱਕੀ ਕਰਨੀ। ਜੇ ਗੁਆਂਢੀ ਦੇ ਘਰ ਦੇ ਵਿੱਚ 2 ਕਿਲੋ ਸੋਨਾ ਤੇ ਤੁਹਾਡੇ ਕਿੰਨਾ ਹੋਣਾ? ਜੇ 200 ਕਿਲੋ। ਸਭ ਬਾਤੋਂ ਮੈਂ ਤਰੱਕੀ ਕਰੇ। ਹਾਂਜੀ, ਜੇ ਗੁਆਂਢੀ ਦਾ ਬੈਂਕ ਬੈਲੈਂਸ ਹੈਗਾ 5 ਕਰੋੜ ਤੇ ਤੁਹਾਡਾ ਕਿੰਨਾ ਹੋਣਾ ਚਾਹੀਦਾ? 50 ਕਰੋੜ।
ਸਭ ਬਾਤੋਂ ਵਿੱਚ ਤਰੱਕੀ ਪ੍ਰਭੂ ਦੇ ਵਿੱਚ ਤਾਂ ਆਉਂਦਾ, ਫਿਰ ਤਾਂ ਹੀ ਮਜ਼ਾ ਨਾ। ਫਿਰ ਕੀ ਅਸੀਂ ਇਹ ਸਿੱਖਿਆ ਦਈਏ ਕਿ ਸਭ ਬਾਤੋਂ ਦਾ ਮਤਲਬ ਇਹ ਹੈ? ਤੇ ਜੇ ਸਭ ਬਾਤੋਂ ਦਾ ਮਤਲਬ ਇਹ ਆ ਤੇ ਉਹੀ ਪ੍ਰਭੂ ਕੀ ਕਹਿ ਰਿਹਾ, ਸਿਖਾ ਰਿਹਾ ਭਲਾ, ਧਰਤੀ ਉੱਤੇ ਧਨ ਨਾ ਜੋੜੋ। ਉਹੀ ਪ੍ਰਭੂ ਨੂੰ ਫਿਰ ਸਿਖਾਉਣ ਦੀ ਕੀ ਜ਼ਰੂਰਤ ਪਈ ਵੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦੇ? ਇੱਕ ਦੇ ਨਾਲ ਮਿਲੇ ਰਹੋਗੇ ਤੇ ਦੂਜੇ ਦੇ ਕੀ ਚੱਲੋਗੇ? ਖਿਲਾਫ ਚੱਲੋਗੇ। ਉਸੇ ਪ੍ਰਭੂ ਯਿਸੂ ਮਸੀਹ ਨੂੰ ਫਿਰ ਇਹ ਕਹਿਣ ਦੀ ਕਿਉਂ ਜ਼ਰੂਰਤ ਪਈ? ਕਿਉਂਕਿ ਉਹ ਆਪ ਤੀਸਰੇ ਆਕਾਸ਼ ਦੀ ਮਹਿਮਾ ਨੂੰ ਛੱਡ ਕੇ ਆਇਆ, ਤੇ ਉਹੀ ਪ੍ਰਭੂ ਯਿਸੂ ਮਸੀਹ ਕਹਿੰਦਾ ਜਿਹੜਾ ਮੇਰਾ ਸ਼ਾਗਿਰਦ ਹੋਣਾ ਚਾਹੁੰਦਾ ਹੈ, ਉਹ ਸਭ ਤੋਂ ਪਹਿਲਾਂ ਆਪਣੇ ਆਪ ਦਾ ਕੀ ਕਰੇ ਭਲਾ? ਕੀ ਕਰੇ ਜੀ? ਤੇ ਜਿਹਨੇ ਇਨਕਾਰ ਕਰਤਾ ਉਹਦਾ ਤਾਂ ਕੰਮ ਹੀ ਖਤਮ। ਉਹਨੂੰ ਇਸ ਸੰਸਾਰ ਦੇ ਨਾਲ ਫਿਰ ਕੋਈ ਲੈਣਾ ਦੇਣਾ? ਜਿਹਨੇ ਆਪਣੇ ਆਪ ਦਾ ਇਨਕਾਰ ਕਰ ਦਿੱਤਾ, ਮੈਂ ਤੇ ਕੁਛ ਵੀ ਨਹੀਂ, ਮੈਂ ਖਾਕ ਤੇ ਰਾਖ ਆ, ਮੈਨੂੰ 2 ਵਕਤ ਦੀ ਰੋਟੀ ਚਾਹੀਦੀ ਹੈ, ਮੈਨੂੰ ਤਨ ਢੱਕਣ ਦੇ ਲਈ ਸਾਦਾ ਜਾਂ ਕੀ ਚਾਹੀਦਾ ਹੈ? ਟੌਮੀ ਹਿਲਫਿਗਰ ਨਹੀਂ ਚਾਹੀਦਾ। ਕੀ ਚਾਹੀਦਾ ਭਲਾ? ਸਾਦਾ ਜਾਂ ਕਪੜਾ ਚਾਹੀਦਾ ਹੈ। ਤੇ ਪ੍ਰਭੂ ਰਾਤ ਨੂੰ ਸੌਣ ਦੇ ਲਈ ਮਾੜੀ ਮੋਟੀ ਛੱਤ ਦੇ ਦੇਵੇ, ਜਿੱਦਾਂ ਦੀ ਮਰਜ਼ੀ ਹੋਵੇ, ਤੇ ਮੈਂ ਕੀ ਕਰਦਾ ਪ੍ਰਭੂ ਦਾ? ਤੇ ਜੇ ਉਹ ਇਹ ਵੀ ਨਾ ਦੇਵੇ ਤਾਂ ਵੀ ਮੈਨੂੰ ਕੋਈ ਗਿਲਾ? ਆ ਮਸੀਹੀ ਜੀਵਨ, ਇਹਨੂੰ ਕਿਹਾ ਜਾਂਦਾ ਮਸੀਹੀ ਜੀਵਨ, ਹੈ। ਤੇ ਜੇ ਇਦਾਂ ਨਹੀਂ ਆ, ਸੰਤ ਪੌਲੁਸ ਲਿਖ ਰਿਹਾ, ਹੇ ਪਿਆਰਿਓ, ਜੇ ਸਾਡੇ ਕੋ ਖਾਣ ਦੇ ਲਈ 2 ਵਕਤ ਦੀ ਰੋਟੀ ਤੇ ਪਹਿਨਣ ਦੇ ਲਈ ਕੱਪੜਾ ਆ, ਤੇ ਫਿਰ ਕਾਹਦੀ ਚਿੰਤਾ ਕਰੀਏ? ਤੇ ਜੇ ਅਸੀਂ ਕਹੀਏ ਸਭ ਬਾਤੋਂ ਮੇਂ ਉन्नति ਕਰੇ, ਸਭ ਬਾਤੋਂ ਮੇਂ ਕੀ ਕਰੇ, ਤੇ ਫਿਰ ਸੰਤ ਪੌਲੁਸ ਵਰਗਾ ਬੰਦਾ ਜਿਹੜਾ ਆ, ਉਹ ਤੇ ਫਿਰ ਉਸ ਸਮੇਂ ਦੇ ਵਿੱਚ ਕਲੀਸਿਆ ਵਿੱਚ ਸੰਸਾਰ ਦਾ ਸਭ ਤੋਂ ਅਮੀਰ ਬੰਦਾ ਹੋਣਾ ਚਾਹੀਦਾ ਸੀ। ਕਿੱਦਾਂ ਦਾ? ਅਗਰ ਇਸ ਗੱਲ ਦਾ ਮਤਲਬ ਅਸੀਂ ਇਹ ਕੱਢੀਏ, ਤੇ ਫਿਰ ਸੰਤ ਪੌਲੁਸ ਉਸ ਸਮੇਂ ਦੇ ਵਿੱਚ ਜਿਹੜਾ ਉਹਦਾ ਧਾਰਮਿਕ ਜੀਵਨ ਸੀਗਾ, ਉਹਦੇ ਮੁਤਾਬਕ ਫਿਰ ਕਲੀਸਿਆ ਦੇ ਵਿੱਚ ਸਾਰੇ ਸ਼ਾਗਿਰਦਾਂ ਦੇ ਵਿੱਚ ਸੰਤ ਪੌਲੁਸ ਜਿਹੜਾ ਆ ਸਭ ਤੋਂ ਅਮੀਰ ਬੰਦਾ, ਤੇ ਉਹਦਾ ਤੇ ਵਿਚਾਰੇ ਦਾ ਸਭ ਕੁਝ ਜਾਂਦਾ ਗਿਆ। ਬੜੀ ਵਾਰੀ ਸਿੱਖਿਆ, SP ਦੀ ਨੌਕਰੀ ਕਰਦਾ ਸੀ, ਸੁਪਰਿੰਟੈਂਡੈਂਟ ਆਫ ਪੁਲਿਸ, ਰੋਮੀ ਸਰਕਾਰ ਦੇ ਵਿੱਚ ਨੌਕਰੀ ਚਲੀ ਗਈ ਉਹਦੀ ਵਿਚਾਰੇ ਦੀ। ਹਾਂਜੀ, ਇੱਕ ਬਿਜ਼ਨਸਮੈਨ ਪਰਿਵਾਰ ਦਾ ਬੱਚਾ ਸੀਗਾ, ਬਿਜ਼ਨਸ ਚਲਾ ਗਿਆ। ਇਹਦਾ ਤੇ ਸਾਰਾ ਕੁਝ ਉਲਟਾ ਹੋ ਰਿਹਾ ਆ। ਤੇ ਫਿਰ ਅਸੀਂ ਦੇਖਦੇ ਹਾਂ ਪਹਿਲੀ ਸਦੀ ਦੇ ਲੋਕਾਂ ਦੇ ਨਾਲ ਕਿ ਪ੍ਰਭੂ ਯਿਸੂ ਮਸੀਹ ਨੂੰ ਮੰਨਣਾ ਮਤਲਬ ਆਪਣੀ ਬਰਬਾਦੀ ਦੇ ਦਿਨਾਂ ਦੀ ਸ਼ੁਰੂਆਤ। ਕੀ ਭਲਾ? ਆਪਣੀ ਬਰਬਾਦੀ ਦੇ ਦਿਨਾਂ, ਸੇਮ ਜਿੱਦਾਂ ਨਾਰਥ ਕੋਰੀਆ ਦੇ ਵਿੱਚ ਇਹ ਹਾਲਾਤ ਸੀਗੇ ਜਿਹੜੇ ਅੱਜ ਕ੍ਰਿਸਚਨਾਂ ਦੇ ਕਿੱਥੇ ਆ ਭਲਾ? ਨਾਰਥ ਕੋਰੀਆ ਦੇ ਵਿੱਚ ਜਾਂ ਚਾਈਨਾ ਦੇ ਵਿੱਚ। ਤੇ ਇਹਦਾ ਮਤਲਬ ਫਿਰ ਨਾਰਥ ਕੋਰੀਆ ਦੇ ਲੋਕਾਂ ਨੂੰ ਤੇ ਪ੍ਰਭੂ ਯਿਸੂ ਮਸੀਹ ਨੂੰ ਮੰਨਣ ਦਾ ਕੋਈ ਅਧਿਕਾਰ ਨਹੀਂ ਆ, ਕਿਉਂਕਿ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦਾ ਚੁੱਕ ਕੇ ਨਾਲ ਹੀ ਜੇਲ੍ਹ ਦੇ ਵਿੱਚ, ਨਾਲ ਹੀ ਤਸੀਹੇ ਸ਼ੁਰੂ, ਜਾਂ ਤੇ ਉਹਦੇ ਘਰ ਨੂੰ ਅੱਗ ਲਾ ਦਿੰਦੇ ਆ, ਤੇ ਜਾਂ ਫਿਰ ਉਹਦਾ ਘਰ ਖੋਹ ਲਿਆ ਜਾਂਦਾ ਆ, ਉਹ ਤੇ ਹੋ ਜਾਂਦਾ ਘਰੋਂ ਬੇਘਰ। ਹੁਣ ਉਹ ਜਿਹੜੇ ਲੱਖਾਂ ਦੀ ਗਿਣਤੀ ਦੇ ਵਿੱਚ ਨਾਰਥ ਕੋਰੀਆ ਦੇ ਵਿੱਚ ਜੇਲ੍ਹਾਂ 'ਚ ਬੰਦ ਪ੍ਰਭੂ ਯਿਸੂ ਮਸੀਹ ਦਾ ਇਨਕਾਰ ਨਹੀਂ ਕਰ ਰਹੇ, ਔਰ ਹੁਣ ਵੀ ਉਹ ਪ੍ਰਭੂ ਯਿਸੂ ਮਸੀਹ ਦਾ ਸ਼ੁਕਰਗੁਜ਼ਾਰ ਕਰ ਰਹੇ ਆ ਪੂਰੀ ਜ਼ੋਰਾਂ ਦੇ ਨਾਲ। ਪ੍ਰਭੂ ਯਿਸੂ ਮਸੀਹ ਦਾ ਇਨਕਾਰ ਨਹੀਂ ਕਰ ਰਹੇ। ਦੱਸਿਆ ਸੀ ਨਾ ਪਿਛਲੇ ਦਿਨਾਂ ਦੇ ਵਿੱਚ ਬੁਲਡੋਜ਼ਰ ਚੜਾਤਾ ਸੀਗਾ ਲੰਮੇ ਪਾ ਕੇ 7 ਬੰਦਿਆਂ ਦੇ ਉੱਤੇ, ਕਹਿੰਦੇ ਕਰੋ ਇਨਕਾਰ ਪ੍ਰਭੂ ਯਿਸੂ ਮਸੀਹ ਦਾ, ਕਹਿੰਦੇ ਹੋ ਨਹੀਂ ਸਕਦਾ। ਤੇ ਲੋਕਾਂ ਦੇ ਉੱਤੇ ਚਲਾਉਣ ਵਾਲਾ ਬੁਲਡੋਜ਼ਰ ਉਹਨਾਂ ਦੇ ਉੱਤੇ ਕੀ ਕੀਤਾ ਭਲਾ? ਉਹ ਪੂਰਾ ਬਦਨ ਜਿਹੜਾ ਉਹਨਾਂ ਦਾ ਕਾਗਜ਼ ਵਰਗਾ ਬਣਾ ਦਿੱਤਾ। ਪਰ ਉਹਨਾਂ ਨੇ ਕੀ ਨਹੀਂ ਕੀਤਾ ਭਲਾ? ਪ੍ਰਭੂ ਯਿਸੂ ਮਸੀਹ ਦਾ ਇਨਕਾਰ ਨਹੀਂ ਕੀਤਾ। ਇਹਨਾਂ ਨੂੰ ਤੇ ਪ੍ਰਭੂ ਯਿਸੂ ਮਸੀਹ ਨੂੰ ਕੋਠੀ ਬੰਗਲੇ ਮਕਾਨ ਦੇਣਾ ਚਾਹੀਦਾ ਸੀ, ਇਹਨਾਂ ਨੂੰ ਸੇਵ ਕਰਨਾ ਚਾਹੀਦਾ ਸੀ, ਇਹਨਾਂ ਨੂੰ ਬਚਾਉਣਾ ਚਾਹੀਦਾ ਸੀ। ਪਰ ਇਹ ਤੇ ਬੜੀ ਬੁਰੀ ਦਰਦਨਾਕ ਮੌਤ ਮਾਰੇ ਗਏ। ਹਾਂਜੀ, ਇੱਥੋਂ ਕੋਈ ਲਿਆ ਦੇ ਚੀਜ਼, ਇੱਥੇ ਉਂਗਲੀ ਤੇ ਮਾੜੀ ਫੇਰੋ ਭਲਾ। ਹਾਂਜੀ, ਕਈ ਵਾਰ ਆਏ ਨਾ ਦਰਵਾਜ਼ੇ ਵਿੱਚ ਹੱਥ ਆਇਆ ਨਾ ਮਾੜਾ ਕੁ, ਤੇ ਚੀਕਾਂ ਨਿਕਲ ਜਾਂਦੀਆਂ। ਹਾਂਜੀ, ਤੇ ਤੁਹਾਡਾ ਕੀ ਖਾ ਲਿਆ? ਚੀਕਾਂ ਨਹੀਂ ਨਿਕਲੇ ਹੋਗੇ ਜਿਹੜਾ ਤੇ ਬਲਡੋਜ਼ਰ ਚੱਲਿਆ? ਚੀਕਾਂ ਨਿਕਲੀਆਂ ਸੀ, ਪਰ ਉਹਨਾਂ ਨੂੰ ਪਤਾ ਇਹ ਥੋੜੇ ਸਮੇਂ ਦਾ ਦੁੱਖ, ਇਹ ਥੋੜੇ ਸਮੇਂ ਦੀ ਤਕਲੀਫ, ਉਹ ਜਿਹੜੀ ਆਉਣ ਵਾਲੀ ਮਹਿਮਾ ਮਿਲਣ ਵਾਲੀ ਆ ਉਹਦੇ ਮੁਕਾਬਲੇ ਤੇ ਕੁਝ ਵੀ। ਉਹਨਾਂ ਨੇ ਆਪਣੀ ਹਰ ਚੀਜ਼ ਨੂੰ ਠੁਕਰਾ ਕੇ ਮੌਤ ਨੂੰ ਕਬੂਲ ਕਰ ਲਿਆ, ਮੌਤ ਨੂੰ ਗਲੇ ਲਾ ਲਿਆ, ਪਰ ਉਹਨਾਂ ਨੇ ਸੀ ਤੱਕ ਕੀਤੀ। ਉਹਨਾਂ ਨੇ ਪ੍ਰਭੂ ਅੱਗੇ ਦਾਈ ਨਹੀਂ ਦਿੱਤੀ, ਪ੍ਰਭੂ ਜੀ ਸ਼ਦਰਕ ਮੇਸ਼ਕ ਅਬਦਨਗੋ ਵਾਂਗੂ ਸਾਨੂੰ ਵੀ ਬਚਾ ਲਾ, ਡੈਨੀਅਲ ਵਾਂਗੂ ਸਾਨੂੰ ਵੀ ਬਚਾ ਲਾ। ਹੁਣ ਮੌਕਾ ਆਇਆ ਤੈਨੂੰ ਸਿੱਧ ਕਰਨ ਦਾ, ਤੂੰ ਉਹੀ ਪਰਮੇਸ਼ਰ, ਤੂੰ ਬਦਲਦਾ ਨਹੀਂ। ਪਰ ਉਹਨਾਂ ਨੂੰ ਬਚਨ ਦਾ ਗਿਆਨ ਸੀ। ਇਸ ਜ਼ਿੰਦਗੀ ਦੇ ਵਿੱਚ
ਜਿਹੜਾ ਮੌਤ ਤੱਕ ਵਫਾਦਾਰ ਰਹਿ ਕੇ ਜੈ ਪਾਵੇਗਾ ਉਹੀ ਜ਼ਿੰਦਗੀ ਦੇ ਤਾਜ ਦਾ ਅਧਿਕਾਰੀ। ਤੇ ਜੇ ਸਭ ਬਾਤੋਂ ਦਾ ਮਤਲਬ ਇਹ ਆ, ਜਿਹੜੇ ਸਭ ਬਾਤੋਂ ਕੇ ਮਤਲਬ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਮੇਰਾ ਸਵਾਲ ਹੈ ਉਹਨਾਂ ਦੇ ਨਾਲ ਕਿ ਕੀ ਤੁਸੀਂ ਸਿਰਫ ਇੱਕ ਵਰਸ ਦੇ ਇਸ ਪ੍ਰਕਾਸ਼ਨ ਨੂੰ ਵਿਗਾੜ ਕੇ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਵਚਨ ਦੱਸਦਾ ਆ ਉਹਨਾਂ ਦਾ ਕਿੱਦਾਂ ਤੁਸੀਂ ਉਹਨਾਂ ਨੂੰ ਪਿੱਛੇ ਹਟਾ ਦੋਗੇ, ਕਿੱਦਾਂ ਤੁਸੀਂ ਉਹਨਾਂ ਨੂੰ ਪਰੇ ਲੈ ਜਾਓਗੇ, ਕਿਵੇਂ ਤੁਸੀਂ ਕਲੀਸਿਆ ਨੂੰ ਗੁੰਮਰਾਹ ਕਰ ਸਕਦੇ ਆ, ਕਿਹਨੇ ਅਧਿਕਾਰ ਦਿੱਤਾ ਹੈ। ਰਹੀ ਗੱਲ ਬੜਾ ਚੰਗੇ ਦੀ, ਅਸੀਂ ਬੜੀ ਵਾਰੀ ਲਾਜ਼ਰ ਦੀ ਸਾਰੀ ਦਾਸਤਾਨ ਦੇਖਦੇ ਹਾਂ। ਜੇ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਜਿਹੜਾ ਬੰਦਾ ਜੇ ਧਰਮੀ ਆ ਤੇ ਉਹ ਚੰਗਾ ਭਲਾ ਰਹਿਣਾ ਚਾਹੀਦਾ, ਤੰਦਰੁਸਤ। ਤੇ ਪ੍ਰਭੂ ਯਿਸੂ ਮਸੀਹ ਆਪਣੀ ਜ਼ੁਬਾਨੀ ਗੱਲ ਕਰ ਰਹੇ ਨਾ, ਹਾਂਜੀ, ਆਪਣੀ ਜ਼ੁਬਾਨੀ ਲਾਜ਼ਰ ਦੀ ਸਾਰੀ ਗੱਲ ਦੱਸ ਰਹੇ, ਉਹਦੀ ਪੂਰੀ ਅਵਸਥਾ ਆਖਰੀ ਦਮ ਤੱਕ। ਜਦੋਂ ਫਰਿਸ਼ਤੇ ਉਹਦੇ ਵਿੱਚੋਂ ਉਹਦੀ ਜਾਨ ਕੱਢਣ ਆਇਆ ਉਦੋਂ ਤੱਕ ਉਹਦੀ ਦਰਿਦਰਤਾ ਤੋਂ ਪਰਮੇਸ਼ਵਰ ਨੇ ਉਹਨੂੰ ਛੁਡਾਇਆ ਨਹੀਂ, ਉਹਦੀ ਲਾਚਾਰੀ ਤੋਂ ਪਰਮੇਸ਼ਵਰ ਨੇ ਉਹਨੂੰ ਛੁਡਾਇਆ ਨਹੀਂ, ਉਹਦੀ ਬਿਮਾਰੀ ਤੋਂ ਪਰਮੇਸ਼ਵਰ ਨੇ ਉਹਨੂੰ ਛੁਡਾਇਆ ਤੇ ਇਸੇ ਤਰ੍ਹਾਂ ਹੀ ਮਰ ਗਿਆ। ਤੇ ਉਹ ਜਿਹੜਾ ਅੰਦਰ ਸਾਰਾ ਐਸ਼ੋ ਆਰਾਮ 'ਚ ਰਹਿੰਦਾ ਸੀਗਾ, ਲਿਖਿਆ ਉਹ ਵੀ ਮਰ ਗਿਆ। ਮੌਤ ਦੋਨਾਂ ਦੀ ਹੋਈ, ਲੇਕਿਨ ਇੱਕ ਨੂੰ ਫਰਿਸ਼ਤਿਆਂ ਨੇ ਚੁੱਕ ਕੇ ਤੇ ਲਿਜਾ ਕੇ ਕਿੱਥੇ ਰੱਖਿਆ? ਇਸ ਬੰਦੇ ਨੂੰ ਅਹਿਸਾਸ ਸੀਗਾ ਇਹ ਥੋੜੇ ਦਿਨਾਂ ਦਾ ਦੁੱਖ ਉਸ ਮਿਲਣ ਵਾਲੀ ਮਹਿਮਾ ਦੇ ਮੁਕਾਬਲੇ ਤੇ ਕੁਛ ਵੀ ਨਹੀਂ। ਇਸ ਲਈ ਫਰਿਸ਼ਤਿਆਂ ਨੇ ਚੁੱਕ ਕੇ ਤੇ ਅਬਰਾਹਮ ਦੀ ਗੋਦ ਦੇ ਵਿੱਚ ਰੱਖਿਆ ਆ। ਤੇ ਅੱਜ ਜੇ ਅਸੀਂ ਕਹੀਏ ਵੀ ਸਭ ਬਾਤੋਂ ਦਾ ਮਤਲਬ ਇਹ ਆ ਵੀ ਸੰਸਾਰ ਦੇ ਵਿੱਚ ਅਸੀਂ ਉੱਨਤੀ ਤਰੱਕੀ ਕਰੀਏ, ਤੇ ਉਹ ਉੱਨਤੀ ਤਰੱਕੀ ਵਾਲੇ ਨੂੰ ਵੀ ਚੁੱਕਿਆ ਉਹਨਾਂ ਨੇ। ਹਾਂਜੀ, ਉੱਨਤੀ ਤਰੱਕੀ ਵਾਲੇ ਨੂੰ ਵੀ, ਜਿਹੜਾ ਇਹ ਸਮਝਦਾ ਸੀ ਸ਼ਾਇਦ ਪਰਮੇਸ਼ਵਰ ਜੇ ਤੇ ਖੁਸ਼ ਹੁੰਦਾ ਹੈ, ਉਹਦੀ ਨਿਸ਼ਾਨੀ ਇਹ ਆ ਵੀ ਉਹਦੇ ਕੋਲ ਆਸ਼ੀਸ਼ਾਂ ਤੇ ਬਰਕਤਾਂ ਦਾ ਭੰਡਾਰ ਹੋਊਗਾ, ਚੁੱਕ ਲਿਆ ਉਹਨੂੰ ਵੀ। ਇੱਧਰ ਦੂਤਾਂ ਨੇ, ਉੱਧਰ ਜਮਦੂਤਾਂ ਨੇ। ਫੈਸਲਾ ਹੁਣ ਕਰ ਲਓ ਕਿਹਦੇ ਹੱਥੀ ਪੈਣਾ। ਹਾਂਜੀ, ਇੱਕ ਪਾਸੇ ਦੂਤ ਤੇ ਦੂਸਰੇ ਪਾਸੇ ਜਮਦੂਤ। ਤੇ ਜਗ੍ਹਾ ਦੇ ਵਿੱਚ ਵੀ ਬੜਾ ਫਰਕ, ਇੱਕ ਆਰਾਮਦਾਇਕ ਜਗ੍ਹਾ, ਇੱਕ ਤੜਫਣ ਵਾਲੀ ਜਗ੍ਹਾ। ਕਹਿੰਦਾ ਇਹਨੂੰ ਕਹਿ ਹੁਣ ਆਪਣਾ ਪੋਟਾ ਜਿਹੜਾ ਪਾਣੀ ਵਿੱਚ ਭਿਓ ਕੇ ਤੇ ਮੇਰੇ ਬੁੱਲਾਂ ਲਾਵੇ, ਮੈਨੂੰ ਥੋੜੀ ਬਹੁਤੀ ਕੀ ਮਿਲੇ ਭਲਾ? ਸ਼ਾਂਤੀ ਮਿਲੇ। ਕੌਣ ਕਹਿ ਰਿਹਾ ਭਲਾ? ਜਿਹੜਾ ਇਸ ਸੰਸਾਰ ਦੇ ਵਿੱਚ ਸੁੱਖ ਸੁਵਿਧਾਵਾਂ ਨੂੰ ਪਰਮੇਸ਼ਵਰ ਦੀ ਆਸ਼ੀਸ਼ ਤੇ ਬਰਕਤ ਮੰਨਦਾ ਸੀ। ਤੇ ਇੱਕ ਜਿਹਨੂੰ ਅਹਿਸਾਸ ਸੀਗਾ ਇਹ ਪਰਮੇਸ਼ਵਰ ਨੇ ਮੈਨੂੰ ਇਸ ਜਹਾਨ ਦੇ ਵਿੱਚ ਅਗਰ ਐਸ ਦਸ਼ਾ ਦੇ ਵਿੱਚ ਲੈ ਕੇ ਆਂਦਾ ਆ, ਤੇ ਪਰਮੇਸ਼ਵਰ ਮੇਰੇ ਜੀਵਨ ਦੇ ਦੁਆਰਾ ਸੰਸਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਹੈ। ਕੀ ਦੇਣਾ ਚਾਹੁੰਦਾ ਭਲਾ? ਜਿੰਨੇ ਵੀ ਪੁਰਾਣੇ ਨਬੀ, ਜਿੰਨਿਆਂ ਦੇ ਨਾਲ ਵੀ ਇਹ ਸਾਰਾ ਕੁਝ ਹੋਇਆ ਜਿਹੜਾ ਬਹੁਤ ਖੌਫਨਾਕ ਤੇ ਦਰਦਨਾਕ ਸੀਗਾ, ਉਹਨਾਂ ਬੰਦਿਆਂ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਸੀਗਾ? ਸਭੋ ਕੁਝ ਪਰਮੇਸ਼ਵਰ ਦੇ ਦੁਆਰਾ ਤੇ ਪਰਮੇਸ਼ਵਰ ਦੇ ਲਈ ਰਚਿਆ ਗਿਆ ਆ। ਇਸ ਲਈ ਸਾਨੂੰ ਪਰਮੇਸ਼ਵਰ ਇਹਨਾਂ ਦੁੱਖਾਂ ਦੇ ਵਿੱਚੋਂ ਦੀ ਕੱਢ ਕੇ ਆਪਣੇ ਲੋਕਾਂ ਦੇ ਲਈ ਇੱਕ ਨਮੂਨਾ ਕਰਕੇ ਰੱਖਣਾ ਚਾਹੁੰਦਾ ਆ, ਤਾਂ ਕਿ ਉਹ ਸਾਡੇ ਵੱਲ ਦੇਖ ਕੇ ਇਸ ਸੰਸਾਰ ਦੇ ਮਗਰ ਨਹੀਂ ਬਲਕਿ ਆਪਣੇ ਸ੍ਰਿਸ਼ਟੀਕਰਤਾ ਦੇ ਮਗਰ ਚੱਲ ਸਕਣ। ਤੇ ਅੱਜ ਕੀ ਸਿਖਾਇਆ ਜਾ ਰਿਹਾ ਭਲਾ? ਸਭ ਬਾਤੋਂ ਮੇਂ ਤਰੱਕੀ ਦਾ ਮਤਲਬ ਕੀ ਆ? ਵੀ ਤੁਸੀਂ ਇਸ ਸੰਸਾਰ ਦੇ ਵਿੱਚ ਜੇ ਤੁਹਾਡੇ ਕੋਲ ਧਨ ਦੌਲਤ ਨਹੀਂ, ਤੁਹਾਡੇ ਕੋਲ ਅੱਛਾ ਘਰ ਨਹੀਂ, ਤੁਹਾਡੇ ਕੋਲ ਅੱਛੀ ਗੱਡੀ ਨਹੀਂ, ਤੁਹਾਡੇ ਕੋਲ ਅੱਛਾ ਕੱਪੜਾ ਨਹੀਂ ਆ, ਤੇ ਫਿਰ ਤੁਸੀਂ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਧਰਮੀ ਨਹੀਂ ਹੋ। ਤੇ ਅਗਰ ਕੋਈ ਐਸਾ ਸਿਖਾਉਂਦਾ ਆ ਤੇ ਫਿਰ ਹਾਏ ਆ ਉਹਦੇ ਉੱਤੇ ਲਿਖਿਆ ਠੋਕਰਾਂ ਦਾ ਲੱਗਣਾ ਤੇ ਵਾਜਬ, ਪਰ ਹਾਏ ਉਹਦੇ ਉੱਤੇ ਜਿਹਦੇ ਕਾਰਨ ਠੋਕਰ ਲੱਗੇ। ਮੈਂ ਬੜੀ ਵਾਰੀ ਬਹੁਤ ਸਾਰੇ ਸੇਵਕਾਂ ਨਾਲ ਮੇਰੀ ਗੱਲ ਹੁੰਦੀ ਤੇ ਮੈਂ ਆਪਣੇ ਆਪ ਨਾਲ ਵੀ ਇਹ ਇਕਰਾਰ ਕੀਤਾ ਆ, ਅਗਰ ਮੇਰੇ ਵਿੱਚ ਕੋਈ ਗਲਤੀ ਆ, ਮੈਨੂੰ ਕਲੀਸਿਆ ਸਾਹਮਣੇ, ਮੈਨੂੰ ਸੇਵਕਾਂ ਸਾਹਮਣੇ ਤੇ ਮੈਨੂੰ ਰੱਬ ਸਾਹਮਣੇ ਮੰਨਣ ਦੇ ਵਿੱਚ ਕੋਈ ਗੁਰੇਜ਼ ਨਹੀਂ। ਪਰ ਮੈਂ ਕਦੇ ਵੀ ਇਹ ਗਲਤੀ ਨਹੀਂ ਕਰਾਂਗਾ ਕਿ ਮੈਂ ਆਪਣੀ ਗਲਤੀ ਹੋਵੇ ਉਸ ਗਲਤੀ ਨੂੰ ਛੁਪਾਉਣ ਦੇ ਲਈ ਮੈਂ ਵਚਨ ਨੂੰ ਤੋੜ ਮਰੋੜ ਕੇ ਕਿਸੇ ਦੇ ਸਾਹਮਣੇ ਪੇਸ਼ ਕਰਾਂ। ਅੱਜ ਇਹ ਹੋ ਰਿਹਾ ਹੈ। ਜਦੋਂ ਲੋਕੀ ਸਵਾਲ ਕਰਦੇ ਮਹਾਰਾਜ ਤੁਸੀਂ ਤੇ ਲਗਜ਼ਰੀ ਜ਼ਿੰਦਗੀ ਜੀ ਰਹੇ ਹੋ, ਹਾਂਜੀ, ਤੇ ਉਹ ਉਸ ਚੀਜ਼ ਤੇ ਹੁਣ ਪਰਦਾ ਪਾਉਂਦੇ ਰਹੇ ਕਿ ਕਹਿੰਦੇ ਇਹੋ ਜਿਹੀਆਂ ਚੀਜ਼ਾਂ ਦਾ ਸਹਾਰਾ ਲੈ ਕੇ ਕਲੀਸਿਆ ਨੂੰ ਕੀ ਕੀਤਾ ਜਾਂਦਾ ਭਲਾ? ਗੁੰਮਰਾਹ ਕੀਤਾ ਜਾਂਦਾ ਆ। ਉਹਦੇ ਨਾਲ ਚੰਗਾ ਭਲਾ ਕੀ ਆ
ਸਾਫ਼ ਮੰਨ ਲੈਣਾ। ਇਹਦੇ ਵਿੱਚ ਕੋਈ ਗੁਰੇਜ ਨਹੀਂ ਆ ਕਿ ਜੇ ਮੈਂ ਵਧੀਆ ਜੀਵਨ ਜੀਣਾ ਚਾਹੁੰਦਾ ਹਾਂ, ਠੀਕ ਹੈ, ਤੇ ਮੈਂ ਜੀਵਾਂ, ਪਰ ਇਸ ਚੀਜ਼ ਨੂੰ ਮੈਂ ਵਚਨ ਦੀ ਆੜ ਲੈ ਕੇ ਤੇ ਸਹੀ ਠਹਿਰਾਉਣ ਦਾ ਯਤਨ ਕਦੇ ਵੀ। ਤੁਹਾਨੂੰ ਚੰਗਾ ਘਰ ਬਣਾਉਣ ਦਾ ਤੁਹਾਡਾ ਇੱਕ ਮਾਦਾ ਹੈਗਾ, ਮਿਹਨਤ ਕਰੋ, ਬਣਾ ਲਓ, ਲੇਕਿਨ ਗਰੀਬਾਂ ਦੀ ਜੇਬ ਨੂੰ ਕੱਟ ਕੇ ਨਹੀਂ, ਝੂਠ ਬੋਲ ਕੇ ਨਹੀਂ, ਝੂਠਾ ਪ੍ਰਚਾਰ ਕਰਕੇ ਨਹੀਂ, ਖੁਦਾ ਦੀ ਔਲਾਦ ਦੇ ਨਾਲ ਖੇਲ ਕੇ ਨਹੀਂ। ਅਗਰ ਤੁਹਾਨੂੰ ਸੁਵਿਧਾਵਾਂ ਦੇ ਵਿੱਚ ਰਹਿਣ ਦੀ ਆਦਤ ਆ, ਡਟ ਕੇ ਦੱਬ ਕੇ ਮਿਹਨਤ ਕਰੋ ਤੇ ਰਹੋ। ਲੇਕਿਨ ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਮਸੀਹ ਦੇ ਵਿੱਚ ਸਹੀ ਜ਼ਿੰਦਗੀ ਜੀਣੀ ਹੈ, ਤੇ ਇਹਦਾ ਮਤਲਬ ਇਹ ਵੀ ਨਹੀਂ ਹੈ ਤੁਸੀਂ ਸੁੱਖ ਸੁਵਿਧਾਵਾਂ ਜਿਹੜੀਆਂ ਤੁਹਾਨੂੰ ਮਿਹਨਤ ਕਰਕੇ ਮਿਲਦੀਆਂ ਵੀ ਤੁਸੀਂ ਉਹਨਾਂ ਨੂੰ ਵੀ ਠੁਕਰਾ ਕੇ ਤੇ ਇੱਕ ਦਿਖਾਵਾ ਕਰਨ ਦੇ ਲਈ ਐਵੇਂ ਟੱਪਰ ਪਾ ਕੇ ਬਹਿ ਜਾਓ। ਅੱਜ ਬਹੁਤ ਸਾਰੇ ਲੋਕ ਐਸਾ ਵੀ ਕਰਦੇ ਆ। ਅੱਜ ਬਹੁਤ ਸਾਰੇ ਜਿੱਦਾਂ ਰਾਜਨੇਤਾਵਾਂ ਕਰਦੇ ਨਾ, ਜਾ ਕੇ ਇੱਕ ਗਰੀਬ ਦੀ ਝੌਂਪੜੀ ਵਿੱਚ ਗਏ ਜੀ, ਉੱਥੇ ਜਾ ਕੇ ਜੀ ਆ ਜੀ ਅਮਿਤ ਸ਼ਾਹ ਜੀ ਉਹ ਜੀ ਇੱਕ ਝੌਂਪੜੀ 'ਚ ਖਾਣਾ ਖਾ ਰਹੇ, ਖਾਣਾ 5 ਸਟਾਰ ਹੋਟਲ ਤੋਂ ਆਇਆ, ਬਸ ਬੈਠੇ ਹੀ ਆ ਝੌਂਪੜੀ ਦੇ ਵਿੱਚ। ਕੀ ਕਰਾਂ ਭਲਾ ਲੋਕਾਂ ਨੂੰ ਦਿਖਾਉਂਦੇ। ਅਸੀਂ ਇਦਾਂ ਦਾ ਵੀ ਕੋਈ ਕਰਮ ਨਹੀਂ ਕਰ ਸਕਦੇ, ਉਹ ਵੀ ਮਹਾ ਪਾਪ ਆ। ਢੋਂਗ ਨਹੀਂ, ਮਸੀਹੀ ਜੀਵਨ ਦੇ ਵਿੱਚ ਕੋਈ ਵੀ ਢੋਂਗ ਨਹੀਂ। ਜੋ ਜਿੱਦਾਂ ਦੇ ਹੈਗੇ ਉਸੇ ਤਰ੍ਹਾਂ। ਅਗਰ ਤੁਹਾਨੂੰ ਚੰਗਾ ਲੱਗਦਾ ਕਿ ਤੁਸੀਂ ਸੁਵਿਧਾਵਾਂ ਦੇ ਚ ਰਹਿਣਾ, ਡਟ ਕੇ ਮਿਹਨਤ ਕਰੋ, ਔਰ ਮਿਹਨਤ ਕਰਕੇ ਕਮਾਏ ਹੋਏ ਪੈਸੇ ਦੇ ਨਾਲ ਅਗਰ ਤੁਸੀਂ ਕੁਝ ਬਣਾਉਂਦੇ ਹੋ, ਪਾਪ ਨਹੀਂ ਆ। ਲੇਕਿਨ ਅਗਰ ਤੁਸੀਂ ਐਜ ਏ ਸੇਵਕ ਹੋ ਕੇ ਲੋਕਾਂ ਦੀਆਂ ਜੇਬਾਂ ਕੱਟਦੇ ਹੋ ਤੇ ਫਿਰ ਐਸ਼ ਦੀ ਜ਼ਿੰਦਗੀ ਜੀਂਦੇ ਹੋ, ਲਗਜ਼ਰੀ ਜ਼ਿੰਦਗੀ ਜੀਂਦੇ ਹੋ, ਤੇ ਫਿਰ ਉਹਨਾਂ ਚੀਜ਼ਾਂ ਉੱਤੇ ਪਰਦੇ ਪਾਉਣ ਦੇ ਲਈ ਤੁਸੀਂ ਇਹਨਾਂ ਵਰਸਾਂ ਦਾ ਸਹਾਰਾ ਲੈਂਦੇ ਹੋ, ਤੇ ਤੁਹਾਡੇ ਨਾਲੋਂ ਫਿਰ ਤਰਸਯੋਗ ਕੋਈ ਦੂਜਾ ਹੈ ਨਹੀਂ। ਕਿਉਂਕਿ ਤੁਸੀਂ ਪਰਮੇਸ਼ਵਰ ਨੂੰ ਜਿੱਥੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਿੱਥੇ ਪਰਮੇਸ਼ਵਰ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਉੱਥੇ ਉਹਦੀ ਸੰਤਾਨ ਦੇ ਨਾਲ ਤੁਸੀਂ ਇੱਕ ਬਹੁਤ ਵੱਡਾ ਫਰਾਡ ਕਰ ਰਹੇ ਹੋ। ਪਰਮੇਸ਼ਵਰ ਇਹਦੀ ਸਜ਼ਾ 100% ਦੇਵੇਗਾ। ਸੋ ਇਹਦਾ ਸਿੱਧਾ ਮਤਲਬ ਸਮਝੋ। ਕਹਿੰਦਾ ਹੇ ਪ੍ਰਿਏ ਮੇਰੀ ਇਹ ਪ੍ਰਾਰਥਨਾ ਹੈ। ਕੀ ਹੈ ਭਲਾ ਉਹਦੀ? ਕੀ ਹੈ ਭਲਾ? ਪ੍ਰਾਰਥਨਾ ਆ ਜਾਂ ਕਿ ਹੁਕਮ ਆ? ਪ੍ਰਾਰਥਨਾ ਜਾਂ ਕਿ ਐਲਾਨ ਆ? ਕੀ ਹੈ ਭਲਾ? ਭਾਈ ਸਨੀ ਜੀ ਤੁਸੀਂ ਘਰ ਤਲਾਸ਼ ਰਹੇ ਹੋ, ਮੇਰੀ ਇਹ ਪ੍ਰਾਰਥਨਾ ਆ ਤੁਹਾਨੂੰ ਪ੍ਰਭੂ ਯਿਸੂ ਮਸੀਹ ਬਹੁਤ ਖੂਬਸੂਰਤ ਘਰ ਦੇਵੇ। ਹੁਣ ਫੀਲ ਕਰੋ ਤੁਸੀਂ ਘਰ 'ਚ ਬੈਠੇ ਆ। ਮੇਰੀ ਪ੍ਰਾਰਥਨਾ ਆ, ਲੇਕਿਨ ਮੇਰੀ ਪ੍ਰਾਰਥਨਾ ਤੋਂ ਪਹਿਲਾਂ ਤੁਹਾਡਾ ਬਣਾਉਣ ਵਾਲਾ ਸ੍ਰਿਸ਼ਟੀਕਰਤਾ ਜਾਣਦਾ ਆ ਤੁਹਾਡੇ ਲਈ ਕਿਹੜੀ ਚੀਜ਼ ਸਹੀ ਆ ਤੇ ਕਿਹੜੀ ਚੀਜ਼ ਸਹੀ ਨਹੀਂ। ਕਿਹੜੀ ਚੀਜ਼ ਤੁਹਾਡੀ ਹਾਨੀ ਕਰ ਸਕਦੀ ਹੈ, ਕਿਹੜੀ ਚੀਜ਼ ਤੁਹਾਡੇ ਫਾਇਦੇ ਦੀ ਹੈ, ਉਹ ਬਿਹਤਰ ਜਾਣਦਾ ਹੈ। ਮੈਂ ਪ੍ਰਾਰਥਨਾ ਕਰ ਸਕਦਾ। ਲਿਖਿਆ ਨਾ, ਪੌਦਾ ਜਿਹੜਾ ਲਾਉਂਦਾ ਹੈ ਉਹਦਾ ਕੰਮ ਕੀ ਹੈ ਭਲਾ? ਪੌਦਾ ਲਾਉਣਾ ਆ। ਪਾਣੀ ਦੇਣ ਵਾਲੇ ਦਾ ਕੀ ਕੰਮ ਹੈ ਭਲਾ? ਉਹਨੂੰ ਪਾਣੀ ਦੇਣਾ ਆ। ਹੁਣ ਉਸ ਪੌਦੇ ਨੂੰ ਵਧਾਉਣਾ ਤੇ ਉਹਨੂੰ ਫਲ ਲਾਉਣਾ ਜਿਹੜਾ ਉਹ ਕਿਹਦਾ ਕੰਮ ਹੈ ਭਲਾ? ਉਹ ਉਸ ਪਰਮੇਸ਼ਵਰ ਦਾ ਕੰਮ ਆ। ਮੈਂ ਪ੍ਰਾਰਥਨਾ ਕਰ ਸਕਦਾ ਆ, ਲੇਕਿਨ ਅਗਲਾ ਕੰਮ ਕਿਹਦਾ ਭਲਾ? ਇਹ ਖੁਦਾ ਦਾ ਦਾਸ ਪ੍ਰਾਰਥਨਾ ਕਰ ਰਿਹਾ ਆ, ਐਲਾਨ ਨਹੀਂ ਕਰ ਰਿਹਾ ਕਲੀਸਿਆ ਦੇ ਲਈ ਵੀ ਤੁਹਾਡੇ ਨਾਲ ਆਹ ਕੁਝ ਹੋਣਾ ਆ। ਪ੍ਰਾਰਥਨਾ ਆ, ਹੇ ਪ੍ਰਿਏ ਮੇਰੀ ਇਹ ਪ੍ਰਾਰਥਨਾ ਆ ਕਿ ਜੈਸੇ ਤੂੰ ਆਤਮਿਕ ਉન્નਤੀ ਕਰ ਰਹਾ ਹੈ, ਇਹਨੂੰ ਪਤਾ ਲੱਗਾ ਬੰਦੇ ਵਿੱਚ ਕੁਝ ਆਤਮਿਕ ਚੀਜ਼ਾਂ ਹੈਗੀਆਂ ਤੇ ਉਹਦੇ ਵਿੱਚ ਦਿਨ ਪ੍ਰਤੀ ਦਿਨ ਕੀ ਕਰ ਰਿਹਾ ਭਲਾ? ਉન્નਤੀ ਕਰ ਰਿਹਾ ਹੈ। ਮੰਨ ਕੇ ਚਲੋ 100 ਹੁਕਮ ਰੱਬ ਦੇ, ਮੰਨ ਲਓ ਮੁੱਲ ਤਾਂ 100 ਰੁਪਇਆ ਸਮਝਾਉਣ ਦੀ ਤੌਰ ਤੇ ਸਮਝਾ ਰਿਹਾ ਕਿ ਮੰਨ ਲਓ ਰੱਬ ਨੇ 100 ਹੁਕਮ ਦਿੱਤੇ, ਉਹਨਾਂ ਦੇ ਵਿੱਚੋਂ ਇਹਨੇ 30-35 ਕਰ ਲਏ ਆ ਪੂਰੇ। ਆਤਮਿਕ ਉન્નਤੀ ਤਰੱਕੀ ਕਰ ਰਿਹਾ, ਕਿਸੇ ਕੋ 3 ਵੀ ਨਹੀਂ ਹੋਏ, ਇਹ ਬਾਕੀਆਂ ਤੋਂ ਨਿਕਲ ਕੇ ਤੇ 30-35 ਤੱਕ ਪਹੁੰਚ ਗਿਆ। ਤੇ ਹੁਣ ਖੁਦਾ ਦਾ ਦਾਸ ਕੀ ਚਾਹੁੰਦਾ ਭਲਾ? ਇਹ ਹੋਰ ਵਧੇ। ਅਗਲੀਆਂ ਜਿਹੜੀਆਂ ਹੋਰ ਗੱਲਾਂ ਨਾ ਸਭ ਬਾਤੋਂ, ਹੁਣ ਜਿਹੜੀਆਂ ਗੱਲਾਂ ਰਹਿ ਗਈਆਂ, ਹੋ ਸਕਦਾ ਪ੍ਰੇਮ ਬਹੁਤ ਕਰਦਾ ਹੋਵੇ ਤੇ ਇਹਦੇ ਕੋਲ ਕਿਸੇ ਦੀ ਮਦਦ ਕਰਨ ਦੇ ਲਈ ਖੁਦਾ ਨੇ ਤੌਫੀਕ ਦਿੱਤੀ ਹੋਵੇ, ਪਰ ਇਹ ਨਾ ਕਰਦਾ ਹੋਵੇ, ਹੋ ਸਕਦਾ ਹੈ ਸਮਝਣ ਦੇ ਲਈ। ਤੇ ਹੁਣ ਖੁਦਾ ਦਾ ਦਾਸ ਕੀ ਚਾਹੁੰਦਾ ਹੈ? ਜਿੱਥੇ ਤੂੰ ਆਹ 5 ਚੰਗੇ ਕੰਮ ਕਰ ਰਿਹਾ ਨਾ, ਉੱਥੇ ਆ ਵੀ ਜਿਹੜੇ ਬਾਕੀ ਰਹਿੰਦੇ ਇਹਨਾਂ ਨੂੰ ਵੀ ਕੀ ਭਲਾ ਨਾਲ ਜੋੜ ਲਾ। ਸਭ ਬਾਤੋਂ ਮੇਂ ਤਰੱਕੀ ਦਾ ਮਤਲਬ ਕੀ ਹੈ ਭਲਾ? ਸਭ ਬਾਤੋਂ ਮੇਂ ਉન્નਤੀ ਦਾ ਮਤਲਬ ਇਹ ਹੈ ਨਾ ਕਿ ਸਭ ਬਾਤੋਂ ਮੇਂ ਉન્નਤੀ ਦਾ ਮਤਲਬ ਤੁਸੀਂ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਜੋੜ ਲਓ। ਕਿਉਂਕਿ ਜੇ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਜੋੜੀਏ ਤੇ ਫਿਰ ਯਾਕੂਬ ਦੀ ਗੱਲ ਸਾਡੇ ਸਾਹਮਣੇ
ਖੁੱਲ੍ਹ ਕੇ ਆ ਜਾਂਦੀ ਹੈ। ਜਿਹੜਾ ਸੰਸਾਰ ਦੇ ਨਾਲ ਮਿੱਤਰਚਾਰਾ ਕਰਦਾ ਹੈ, ਜਿਹੜਾ ਸੰਸਾਰ ਦੀਆਂ ਚੀਜ਼ਾਂ ਦੀ ਖੁਆਇਸ਼ ਰੱਖਦਾ ਆ, ਉਹ ਪਰਮੇਸ਼ਰ ਦਾ ਕੀ ਹੈ? ਬੋਲੋ ਜੀ, ਪਰਮੇਸ਼ਰ ਦਾ ਕੀ ਹੈ? ਪਰਮੇਸ਼ਰ ਦਾ ਕੀ ਹੈ ਜੀ? ਜਿਹੜਾ ਸੰਸਾਰਿਕ ਚੀਜ਼ਾਂ ਦੀ ਕਾਮਨਾ ਰੱਖਦਾ, ਪਰਮੇਸ਼ਰ ਦਾ ਕੀ ਹੈ? ਦੁਸ਼ਮਣ ਆ। ਤੇ ਹੁਣ ਕੀ ਅਸੀਂ ਸਮਝੀਏ ਵੀ ਖੁਦਾ ਦਾ ਦਾਸ ਯੋਹੰਨਾ, ਪ੍ਰਿਯ ਸ਼ਾਗਿਰਦ, ਇਸ ਖੁਦਾ ਦੇ ਬੰਦੇ ਨੂੰ ਪਰਮੇਸ਼ਵਰ ਦਾ ਦੁਸ਼ਮਣ ਬਣਨ ਦੀ ਸਲਾਹ ਦੇ ਰਿਹਾ? ਨਹੀਂ ਹਾਂਜੀ, ਨਹੀਂ ਕਿਉਂ ਭਾਈ ਬੋਲੂ ਜੀ? ਪਰਮੇਸ਼ਰ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ, ਕੀ ਕਰ ਰਿਹਾ ਭਲਾ? ਨੇੜੇ ਲਿਆਉਣ ਦੀ ਕੋਸ਼ਿਸ਼, शरीर की अभिलाषा, आंखों की अभिलाषा ते जीवन दा कमांड। ਇਹ ਕਿਤੋਂ ਭਲਾ? ਸੰਸਾਰ ਤੋਂ। ਤੇ ਕੀ ਵਚਨ ਲਿਖਦਾ? ਸੰਸਾਰ ਤੇ ਉਹਦੀ ਕਾਮਨਾ ਕੀ ਹੈ ਭਲਾ? ਖਤਮ ਹੁੰਦੀ ਜਾ ਰਹੀ ਹੈ। ਤੇ ਅਸੀਂ ਕਾਮਨਾ ਜਗਾਉਣ ਦੀ ਗੱਲ ਕਰ ਰਹੇ ਹਾਂ। ਜੇ ਅਸੀਂ ਇਹ ਸਭ ਬਾਤੋਂ ਮੈਂ ਉਨਤੀ ਕਰੇ, ਇਹਦਾ ਮਤਲਬ ਜੇ ਅਸੀਂ ਕਿਸੇ ਨੂੰ ਕਹਿ ਰਹੇ ਨਾ ਵੀ ਆ ਸਾਰੀਆਂ ਗੱਲਾਂ ਤੈਨੂੰ ਉਨਤੀ ਕਰੇ, ਤੇ ਅਸੀਂ ਉਹਨੂੰ ਕਿੱਧਰ ਨੂੰ ਲਿਆ ਰਹੇ ਭਲਾ? ਜਿਹੜੀਆਂ ਚੀਜ਼ਾਂ ਬੀਤਦੀਆਂ ਜਾ ਰਹੀਆਂ ਨਾ, ਪਰਮੇਸ਼ਵਰ ਦੀ ਨਜ਼ਰ 'ਚ ਨਾਸ਼ ਹੋਣ ਦੇ ਕਿਨਾਰੇ ਤੇ ਹੈ। ਜਿਹਦੇ ਬਾਰੇ ਵਚਨ ਲਿਖਦਾ ਹੈ ਵੀ ਇਹ ਜਿਹੜੀਆਂ ਚੀਜ਼ਾਂ ਨਾ, ਪਤਰਸ ਲਿਖਦਾ ਵੀ ਇਹ ਸਾਰੀਆਂ ਚੀਜ਼ਾਂ ਦਾ ਹੁਣ ਅੰਤ ਹੋਣ ਵਾਲਾ, ਇਹ ਪਿਘਲਣ ਵਾਲੀਆਂ ਆ। ਇਹ ਧਰਤੀ ਆਕਾਸ਼ ਜਿਹੜੇ ਆ ਗਾਇਬ ਹੋਣ ਵਾਲੇ ਆ, ਤੇ ਇਸ ਧਰਤੀ ਆਕਾਸ਼ ਦੇ ਉੱਤੇ ਮੇਰਾ ਮਹਿਲ ਰਹਿ ਜੂ? ਜਿਸ ਧਰਤੀ ਦੇ ਉੱਤੇ ਪਰਮੇਸ਼ਵਰ ਦੀ ਯੋਜਨਾ ਕਿ ਉਹਨੂੰ ਨਾਸ਼ ਕਰਨਾ ਹੈ, ਉਸ ਧਰਤੀ ਉੱਤੇ ਮੇਰਾ ਮਹਿਲ ਰਹਿ ਜੂ? ਮੰਨ ਲਓ ਮੈਂ ਅੱਜ ਬਣਾ ਲੈਣਾ ਤੇ ਕੱਲ ਨੂੰ ਪ੍ਰਭੂ ਯਿਸੂ ਮਸੀਹ ਆ ਜਾਂਦਾ, ਮੇਰਾ ਬਣਾਇਆ ਹੋਇਆ ਮਹਿਲ ਮੇਰੇ ਕਿਸੇ ਕੰਮ ਦਾ ਹੈਗਾ? ਮੈਨੂੰ ਤਾਂ ਲੈ ਗਿਆ, ਉਹ ਮੇਰੇ ਲਈ ਤਾਂ ਮਹਿਲ ਬਣਾ ਰਿਹਾ, ਉਹ ਬਣਾ ਰਿਹਾ, ਤੇ ਫਿਰ ਮੈਨੂੰ ਕੀ ਜ਼ਰੂਰਤ ਆ? ਕਹਿੰਦਾ ਜਿੰਨੀ ਦੇਰ ਤੱਕ ਅਸੀਂ ਇਸ ਜੀਵਨ ਦੇ ਵਿੱਚ ਕਰਾਉਨੇ ਆ, ਤੜਫਣ ਡਏ ਆ, ਕਦੋਂ ਇਹ ਤੋਂ ਛੁਟਕਾਰਾ ਪਾਈਏ ਤੇ ਕਿੱਥੇ ਜਾਈਏ? ਪ੍ਰਭੂ ਦੀ ਗੋਦ ਦੇ ਵਿੱਚ, ਜਿੱਥੇ ਕਹਿੰਦਾ ਮੈਂ ਜਾਂਦਾ ਤੁਹਾਡੇ ਲਈ ਘਰ ਤਿਆਰ ਕਰਦਾ, ਫਿਰ ਆਉਂਗਾ ਤੁਹਾਨੂੰ ਮੈਂ ਲੈ ਜਾਊਂਗਾ। ਸਾਡਾ ਸ੍ਰਿਸ਼ਟੀਕਰਤਾ ਤੇ ਸਾਡੇ ਲਈ ਜਗ੍ਹਾ ਤਿਆਰ ਕਰ ਰਿਹਾ ਹੈ। ਸਾਡੇ ਲਈ ਸਿਯੋਨ ਬਣ ਰਿਹਾ, ਸਾਡੇ ਲਈ ਯਰੂਸ਼ਲਮ ਬਣ ਰਿਹਾ, ਸਾਡੇ ਲਈ ਇੱਕ ਨਗਰ ਬਣ ਰਿਹਾ ਜਿਹੜਾ ਕਦੇ ਹਿਲਾਇਆ ਨਹੀਂ ਜਾ ਸਕਦਾ। ਸਾਡਾ ਅਸੀਂ ਜੋ ਕਰਨਾ ਉਹ ਤਾਂ ਸਾਡੇ ਲਈ ਹੋ ਰਿਹਾ ਆ। ਤੇ ਇਹ ਗੱਲਾਂ ਕਦੋਂ ਹੁੰਦੀਆਂ? ਜਦੋਂ ਨਵੇਂ ਜਨਮ ਦੀ ਪਰਿਭਾਸ਼ਾ ਦਾ ਹੀ ਨਹੀਂ ਪਤਾ। ਨਵੇਂ ਜਨਮ ਦੇ ਰੌਲੇ ਤੇ ਬੜੇ ਪਾਉਂਦੇ ਆ ਸੇਵਕ, ਪਰ ਨਵੇਂ ਜਨਮ ਦਾ ਮਤਲਬ ਕੀ ਆ ਨਾ ਉਹਨਾਂ ਨੂੰ ਆਪ ਨੂੰ ਪਤਾ ਆ, ਤੇ ਨਾ ਹੀ ਕਲੀਸਿਆ ਨੂੰ ਦੱਸਣਾ ਚਾਹੁੰਦੇ ਆ। ਤੇ ਜੇ ਆਪ ਨੂੰ ਪਤਾ ਵੀ ਆ ਤਾਂ ਵੀ ਕਲੀਸਿਆ ਨੂੰ ਨਹੀਂ ਦੱਸਣਾ ਚਾਹੁੰਦੇ, ਕਿਉਂਕਿ ਜੇ ਸੱਚ ਦੱਸਣਗੇ ਤੇ ਫਿਰ ਉਹਦੀ ਜੇਬ ਦੇ ਵੱਲ ਦੇਖ ਸਕਦੇ। ਤੇ ਹੁਣ ਜੇਬ ਨੂੰ ਖਾਲੀ ਕਰਾਉਣ ਦੇ ਲਈ ਕੀ ਕਰਨਾ ਪੈਣਾ ਭਲਾ? ਇਧਰੋਂ ਉਧਰੋਂ ਰਲਾ ਮਲਾ ਕਰਾਂਗੇ ਤੇ ਫਿਰ ਜੇਬ ਖਾਲੀ ਹੋਣੀ ਹੈ, ਨਹੀਂ ਤੇ ਹੋ ਸਕਦੀ ਨਹੀਂ, ਹੋ ਸਕਦੀ ਨਹੀਂ। ਤੇ ਖੁਦਾ ਦਾ ਸ਼ੁਕਰ ਹੈ ਨਾ, ਅਸੀਂ ਕਦੀ ਕਿਸੇ ਦੀ ਜੇਬ ਵੱਲ ਦੇਖਿਆ? ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਨਿਰਦੋਸ਼ ਆ, ਕਿਉਂਕਿ ਕਿਸੇ ਦੀ ਜੇਬ ਵੱਲ ਦੇਖ ਕੇ ਪ੍ਰਚਾਰ ਕਰਦੇ, ਬਲਕਿ ਪਰਮੇਸ਼ਵਰ ਵੱਲ ਦੇਖ ਕੇ ਪ੍ਰਚਾਰ ਕਰਦੇ ਆ ਕਿ ਇਹ ਰੂਹਾਂ ਤੁਸੀਂ ਦਿੱਤੀਆਂ ਤੇ ਪ੍ਰਭੂ ਜੀ ਇੰਨਾ ਬਖਸ਼ੀ ਕਿ ਸਾਡੇ ਕੋਲੋਂ ਕਿਤੇ ਇਹਨਾਂ ਨੂੰ ਕੁਝ ਗਲਤ ਖੁਰਾਕ ਦਿੱਤੀ ਨਾ ਜਾਵੇ। ਸੋ ਪਿਆਰੋ, ਇਹ ਚੀਜ਼ ਚੇਤੇ ਰੱਖਣੀ। ਅਗਲੀ ਵਾਰ ਹੋਰ ਖੋਲਾਂਗੇ ਇਹਨੂੰ। ਸਭ ਬਾਤੋਂ ਮੈਂ ਉਨਤੀ ਕਰੇ ਦਾ ਮਤਲਬ ਇਹ ਆ ਵੀ ਇੱਕ ਬੰਦੇ ਨੇ ਆਪਣੇ ਜੀਵਨ ਦੇ ਵਿੱਚੋਂ ਚੁਗਲੀ ਛੱਡ ਦਿੱਤੀ ਹੈ, ਪਰ ਅਜੇ ਨਿੰਦਾ ਵਾਲਾ ਆਤਮਾ ਹੈਗਾ ਹੈ ਬੁਰਾ। ਹਾਂਜੀ, ਨਿੰਦਾ ਛੱਡ ਦਿੱਤੀ ਆ, ਪਰ ਅਜੇ ਜਲਨ ਨਿਕਲੀ ਨਹੀਂ। ਸੱਚ ਬੋਲਦਾ ਆ, ਪਰ ਸੱਚੇ ਲੋਕਾਂ ਦਾ ਵਿਰੋਧ ਵੀ ਕਰਦਾ ਹੈ। ਸੋ ਸਭ ਬਾਤੋਂ ਮੈਂ ਉਨਤੀ ਤਰੱਕੀ ਕਰੇ ਦਾ ਮਤਲਬ ਕੀ ਆ? ਕਿਉਂਕਿ ਇੱਕ ਆਤਮਿਕ ਜੀਵਨ ਤੇ ਇੱਕ ਸੰਸਾਰਿਕ ਜੀਵਨ, ਜਿਹੜਾ ਨਵੇਂ ਜਨਮ ਦੀ ਪਰਿਭਾਸ਼ਾ ਆ, ਉਹ ਸਾਡਾ ਜੀਵਨ ਕਿਹੜਾ ਭਲਾ? ਆਤਮਿਕ ਜੀਵਨ। ਤੇ ਆਤਮਿਕ ਜੀਵਨ ਦੇ ਵਿੱਚ ਸਾਰੇ ਦਾ ਸਾਰਾ ਸਿਸਟਮ ਕੀ ਆ? ਆਤਮਿਕ ਉન્નਤੀ ਔਰ ਤਰੱਕੀ ਦਾ। ਇਹਦੇ ਵਿੱਚ ਸੰਸਾਰ ਦੇ ਲਈ ਕੋਈ ਵੀ ਜਗ੍ਹਾ ਨਹੀਂ ਹੈ। ਇਹਦੇ ਵਿੱਚ ਸੰਸਾਰ ਦੇ ਲਈ ਕੋਈ ਵੀ ਜਗ੍ਹਾ ਹੈ ਹੀ ਨਹੀਂ। ਰੋਮੀਓ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ 7, 8, 9 ਅਧਿਆਏ ਨੂੰ, ਉਹਦੇ ਵਿੱਚ ਸਾਰਾ ਕੁਝ ਕਲੀਅਰ ਕਰਕੇ ਲਿਖਿਆ। 6 ਅਧਿਆਏ ਤੋਂ ਪੜ੍ਹਦੇ ਨਾ, ਤੇ ਸਭ ਕੁਝ ਪਰਮੇਸ਼ਵਰ ਨੇ ਕਲੀਅਰ ਕੀਤਾ। ਜਿਹੜਾ ਬੰਦਾ ਸਰੀਰ ਦੇ ਉੱਤੇ ਮਨ ਲਾਉਂਦਾ ਆ, ਉਹ ਤਾਂ ਪਰਮੇਸ਼ਵਰ ਦੇ ਲਾਇਕ ਹੀ ਨਹੀਂ ਹੈ। ਤੇ ਜੇ ਅਸੀਂ ਸਰੀਰ ਦੇ ਉੱਤੇ ਮਨ ਲਾਉਣ ਦੀਆਂ ਗੱਲਾਂ ਲੋਕਾਂ ਨੂੰ ਸਿਖਾਈਏ, ਤੇ ਇਹਦਾ ਮਤਲਬ ਆ ਵੀ ਅਸੀਂ ਕਲੀਸਿਆ ਨੂੰ ਕੀ ਦੇ ਰਹੇ ਹਾਂ? ਗਲਤ ਖੁਰਾਕ ਦੇ ਰਹੇ ਹਾਂ। ਤੇ ਜੇ ਇੱਕ ਡਾਕਟਰ ਗਲਤ ਖੁਰਾਕ ਦੇਵੇ ਤੇ ਕਿਸੇ ਦੀ ਮੌਤ ਹੋਵੇ ਤੇ ਉਹਦੇ ਲਈ ਸਜ਼ਾ ਆ, ਤੇ ਫਿਰ ਸਾਡੇ ਲਈ ਵੀ ਕੀ ਹੈ ਭਲਾ? ਸਾਡੇ ਲਈ ਵੀ ਸਜ਼ਾ। ਤੇ ਜੇ ਅਸੀਂ ਇਸ ਸਜ਼ਾ ਤੋਂ ਬਚਣਾ ਚਾਹੁੰਦੇ ਤਾਂ ਫਿਰ ਸਾਡਾ ਕੀ ਫਰਜ਼ ਬਣਦਾ ਭਲਾ? ਅਸੀਂ ਉਹੀ ਗੱਲਾਂ ਆਤਮਿਕ ਤੇ ਉਨਤੀ ਦੀਆਂ ਦਸੀਏ, ਜਿਹੜੀਆਂ ਗੱਲਾਂ ਪ੍ਰਭੂ ਦੇ ਘਰ ਦੇ ਵਿੱਚ, ਪਰਮੇਸ਼ਵਰ ਦੇ ਘਰ ਦੇ ਵਿੱਚ ਜਨਮੇ ਹੋਇਆਂ ਦੇ ਲਈ ਜ਼ਰੂਰੀ ਹੈ। ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ। ਹਾਲੇਲੂਇਆ।
ਤੇਰਾ ਸ਼ੁਕਰ ਤੇਰਾ ਥੋੜੀ ਦੇਰ ਦੇ ਲਈ ਉਹਦੀ ਸ਼ੁਕਰਗੁਜ਼ਾਰੀ ਕਰੀਏ ਔਰ ਉਹਦੇ ਕੋਲ ਮੰਗੀਏ, ਪ੍ਰਭੂ ਜੀ ਤੂੰ ਸਾਡੀ ਬੁੱਧ ਨੂੰ ਪੂਰੀ ਤਰ੍ਹਾਂ ਖੋਲ ਤਾਂ ਕਿ ਕੋਈ ਵੀ ਇਨਸਾਨ ਸਾਨੂੰ ਵਚਨ ਦੀ ਗਲਤ ਦਲੀਲ ਦੇ ਕੇ ਕਦੇ ਗੁੰਮਰਾਹ ਨਾ ਕਰ ਸਕੇ, ਬਲਕਿ ਤੇਰੇ ਵਚਨ ਦਾ ਸਹੀ ਪ੍ਰਕਾਸ਼ਨ ਸਾਨੂੰ ਮਿਲੇ ਔਰ ਤੂੰ ਆਪਣੇ ਆਤਮਾ ਦੇ ਦੁਆਰਾ ਸਾਡੇ ਉੱਤੇ ਇਹ ਰਹਿਮ ਕਰ ਕਿ ਅਗਰ ਕੋਈ ਗਲਤ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕਰੇ ਤੇ ਸਾਡੀਆਂ ਆਤਮਿਕ ਅੱਖਾਂ ਖੁੱਲਣ ਔਰ ਸਾਨੂੰ ਉਸੇ ਵਕਤ ਪਤਾ ਲੱਗ ਜਾਵੇ ਕਿ ਇਹ ਗੱਲ ਤੇਰੇ ਵਚਨ ਦੇ ਅਨੁਸਾਰ ਨਹੀਂ ਹੈ, ਇਹ ਆਤਮਿਕ ਨਹੀਂ ਬਲਕਿ ਸੰਸਾਰਿਕ ਗੱਲ ਹੈ। ਸੋ ਜਦੋਂ ਅਸੀਂ ਐਸੀ ਧਾਰਨਾ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ 'ਚ ਬੈਠਾਂਗੇ, ਪਰਮੇਸ਼ਵਰ ਸਾਡੇ ਉੱਤੇ ਰਹਿਮ ਕਰੇਗਾ ਔਰ ਹਰੇਕ ਤਰ੍ਹਾਂ ਦੀ ਗਲਤ ਸਿੱਖਿਆ ਤੋਂ ਸਾਡੀ ਰਾਖੀ ਕਰੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਿਆਰੇ ਖੁਦਾਵੰ, ਖੁਦਾ ਤੇਰੇ ਵਚਨ ਦਾ ਜੋ ਬੀਜ ਬੀਜਿਆ ਗਿਆ ਆਉਣ ਵਾਲੇ ਸਮੇਂ 'ਚ 100 ਗੁਣਾ ਫਲ ਲਿਆਵੇ। ਖੁਦਾ ਜੋ ਸੁਣਾਇਆ ਗਿਆ ਉਹਨੂੰ ਤੇਰੇ ਲੋਕ ਪੂਰੀ ਬਾਰੀਕੀ ਦੇ ਨਾਲ ਸਮਝਣ, ਐਸੀ ਕਿਰਪਾ ਕਰੋ ਖੁਦਾਵੰਦ। ਜਦੋਂ ਇਹ ਅੱਗੇ ਜਾ ਕੇ ਵੀ ਇਹਦੇ ਉੱਤੇ ਮਨਨ ਕਰਨ, ਅਗਰ ਇਹਨਾਂ ਦੇ ਮਨ ਦੇ ਵਿੱਚ ਕੋਈ ਸਵਾਲ ਇਸ ਗੱਲ ਨੂੰ ਲੈ ਕੇ ਹੋਵੇ, ਤੇਰਾ ਆਤਮਾ ਉਹਨਾਂ ਸਾਰੇ ਸਵਾਲਾਂ ਨੂੰ ਕਲੀਅਰ ਕਰੇ ਖੁਦਾ, ਕਿਉਂਕਿ ਅਸੀਂ ਤੇਰੇ ਆਤਮਾ ਦੇ ਦੁਆਰਾ ਜੋ ਮਿਲਿਆ ਤੇਰੇ ਲੋਕਾਂ ਨੂੰ ਦੇ ਦਿੱਤਾ ਹੈ ਖੁਦਾਵੰਦ। ਹੁਣ ਅਗਲਾ ਕੰਮ ਤੁਹਾਡਾ ਹੈ ਖੁਦਾ, ਤੁਸੀਂ ਕਿਰਪਾ ਕਰੋ। ਮਸੀਹ ਯਿਸੂ ਦੇ ਨਾਮ ਦੇ ਵਿੱਚ ਇਸ ਪ੍ਰਾਰਥਨਾ ਸੁਣੋ, ਕਬੂਲ ਕਰੋ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ। ਆਮੀਨ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ।